वाहेगुरु जी का खालसा वाहेगुरु जी की फतेह। दीन दुनिया दे दाते शब्द सतगुरु श्री गुरु ग्रंथ साहिब जियां दी सुभागड़ी गोद विच अत्यंत श्रद्धा दे नाल शाम दे दीवाना विच आप जी जुड़ बैठे हो। आओ एक एक पल कुरान दे प्यार विच सफला बनाइए। गुर इतिहास जी दी पवित्र पावन कथा दे विचों कल आप जी ने सरवण कीता। भगत प्रहलाद जी अपने जीवन की कथा सतगुरां नूं सुना रहे हैं। जिस वक्त मैं अकाल पुरख परमात्मा की महिमा की, मेरे पिता ने संडे मर के पास भेज दिता। राजपुत्र होने के बावजूद भी संडा मरका ने अपनी कैद विच घरे रखिया। सख्त पहरेदारी की हुई है। हर रोज राक्षस व्यक्ति सिखाई जाती है। ईर्खा किवें करना है, वैर किवें रखना है, क्रोध किवें रखना है, देवते किहो जे। इन्हां सारियां गल्लां दा मेरे ते कोई बहुत असर ना होया। मैं अकाल पुरख दे गुण गाउंदा रहा। पहली दफा होया रब दी सिफत करन करके मैनू राज भाग विच भी ठोकरां वजदियां ने। कुछ दिनों बाद पिता के पास भेजिया जाता है। पिता हिरण्यकशिप मेरे को सुन के फिर संडे मरके नूं झिड़क के मेरे ते तशद्दद ढाउंदे आ। भगत प्रहलाद अपने जीवन की एक कथा गुरु बाबा जी नूं सुना रहे ने। आओ उस वेले नूं सरवण करिए जदों परदे पिछे इन्ना कुछ उन्हां ते हुंदा रहा। पाओ प्रेम दी सांझ आसीस बख्शो। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। बिन डंडे जो आहे कठारा, काट न सके बिटप निरतारा। गुरु नानक साहब सच्चे पातशाह जी बड़े अदब अदाब नाल भगत जी की रचना तो ये पावन अमृत बचना नूं सुन रहे ने। प्रहलाद जी आखण लगे पातशाह, जदों मैं हर वेले राम राम अपनी रचना तो जपदा हाँ, राक्षस कहिंदे आ हरणाक्ष जप। हिरण्यकशिप बोल, मैं उन्होंने फिर कहना मैनू ईर्खा का पाठ ना पढ़ा। ये कुदरत परमात्मा दी है। देवी देवते मनुख दैत सब योदी रचना है। मैनू सारियां च यो दिसदा है। मेरियां गल्लां सुन के मेरे टीचर उस्ताद संडा मरका गुस्से विच आके कहन लगे, ये दैतां दी कुल दे विच कुहाड़ा बन गया प्रहलाद। कुहाड़ा बेशक लोहे दा है, पर जंगल का नुकसान वो तां करदा जे उहदे विच दस्ता लकड़ दा हुंदा है। आखण लगे राक्षसां दी कुल दे विच भगत प्रहलाद हुण भगत नहीं, एक कुहाड़ा बन गया है। ये अपनी कुल दा घात करेगा। ज्यों आगे थो हर भगवाना, अब ए होयो
ਡੰਡ ਸਮਾਨਾ। ਕਹਿੰਦੇ ਅੱਜ ਇਹ ਸਾਨੂੰ ਡੰਡ ਲੱਗ ਗਿਆ। ਜਦ ਜਦ ਜੰਗਲਾਂ ਦੀ ਸਫਾਈ ਹੋਈ ਕੁਹਾੜਾ ਚੱਲਿਆ, ਪਰ ਰੁੱਖਾਂ ਨੂੰ ਗਿਲਾ ਸੀ। ਕਹਿੰਦੇ ਸਾਨੂੰ ਕੁਹਾੜੇ ਦੇ ਨਾਲ ਕੋਈ ਗਮ ਨਹੀਂ, ਉਹ ਤੇ ਬੇਗਾਨਾ ਸੀ। ਦੁੱਖ ਆਪਣੇ ਤੋਂ ਹੋਇਆ ਜਦ ਉਸੇ ਜੰਗਲ ਨੂੰ ਵੱਢਣ ਦੇ ਵਾਸਤੇ ਲੱਕੜ ਦਾ ਦਸਤਾ ਮੋਢੀ ਬਣ ਗਿਆ। ਸੰਡਾ ਮਰਕਾ ਕਹਿਣ ਲੱਗੇ, ਹਰਨਾਕਸ਼ ਉਹ ਪਿਤਾ ਹੈ ਤੇਰਾ, ਪਰ ਉਹਦਾ ਪੁੱਤ ਕੁਹਾੜੇ ਦਾ ਦਸਤਾ ਬਣਨ ਲੱਗਿਆ। ਤੇ ਕੁਹਾੜਾ ਕੌਣ ਹੈ? ਰੱਬ, ਜਿਹਨੂੰ ਜਪਦੇ ਆ, ਪਰਮਾਤਮਾ। ਤੁਸੀਂ ਇਹ ਵੇਖੋ ਵੀ ਰੱਬ ਦਾ ਨਾਮ ਜਪਣ ਵਾਲਿਆਂ ਤੇ ਕਿੰਨੀਆਂ ਭੀੜਾਂ ਪਈਆਂ। ਸਾਡੇ ਤੇ ਕਿਹੜਾ ਦੁੱਖ ਹੈ ਜੀ? ਅਸੀਂ ਤੇ ਚੰਗੇ ਭਲੇ ਬਿਸਤਰਿਆਂ 'ਚ ਬੈਠੇ ਪਾਠ ਨਹੀਂ ਕਰ ਸਕਦੇ। ਲਾਂਭੇ ਰੱਬ ਨੂੰ, ਮਾੜਾ ਜਿਹਾ ਜ਼ੁਕਾਮ ਹੋ ਜੇ, ਬੁਖਾਰ ਹੋ ਜੇ, ਲਾਂਭੇ ਦੇਣੇ ਸ਼ੁਰੂ ਕਰ ਦਈਦੇ ਆ। ਪਰ ਪੁੱਛੋ ਤੇ ਸਹੀ, ਜਿੰਨਾ ਨਾਮ ਜਪਿਆ ਕਿਵੇਂ ਜਪੀਦਾ? ਬਾਣੀ ਨੇ ਕਿਹਾ ਨਾ, ਰਾਮ ਜਪੋ ਜੀ ਐਸੇ ਐਸੇ, 2 ਵਾਰ ਲਿਖਿਆ ਐਸੇ। ਜ਼ਿਕਰ ਕੀਤਾ ਧਰੂ ਪ੍ਰਹਿਲਾਦ, ਜਪਿਓ ਹਰ ਜੈਸੇ। ਜਿਵੇਂ ਜਿਵੇਂ ਭਗਤ ਧਰੂ ਤੇ ਪ੍ਰਹਿਲਾਦ ਨੇ ਜਪਿਆ, ਧਰੂ ਤਾਰਾ ਸਭ ਨੂੰ ਦਿਸਦਾ ਏ, ਚਮਕ ਦਮਕ ਹਰ ਬੰਦਾ ਵੇਖਦਾ ਏ, ਸ਼ੋਭਾ ਵੇਖਦਾ ਏ, ਪਰ ਕੋਈ ਕਿਸੇ ਦੇ ਦੁੱਖਾਂ ਨੂੰ ਨਹੀਂ ਵੇਖਦਾ। ਜੇ ਕਿਸੇ ਬੰਦੇ ਨੇ ਤਰੱਕੀ ਕੀਤੀ ਹੈ, ਤਰੱਕੀ ਸਭ ਨੂੰ ਦਿਸਦੀ ਹੈ, ਪਰ ਉਸ ਤਰੱਕੀ ਪਿੱਛੇ ਉਹ ਕਿੰਨੀਆਂ ਰਾਤਾਂ ਜਾਗਿਆ, ਕਿੰਨੀ ਗਰੀਬੀ ਕੱਟੀ ਹੈ, ਕੈਸੇ ਦੁੱਖ ਉਹਨੇ ਭੁੱਖ ਦੇ ਵੀ ਕੱਟੇ ਹੋਣਗੇ, ਉਹ ਕਿਸੇ ਨੂੰ ਨਜ਼ਰ ਨਹੀਂ ਆਉਂਦੇ। ਭਗਤ ਪ੍ਰਹਿਲਾਦ ਤੇ ਭਗਤ ਧਰੂ ਦੀ ਮਹਿਮਾ ਸਭ ਨੂੰ ਦਿਸਦੀ ਹੈ। ਪਰ ਅੱਜ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਨੂੰ ਇਹ ਸੁਣਾ ਰਹੇ ਨੇ ਸਾਹਮਣੇ ਭਗਤ ਪ੍ਰਹਿਲਾਦ ਦੀ ਰਸਨਾ ਤੋਂ। ਭਗਤੀ ਕਰਨ ਵਾਲਿਆਂ ਦੀ ਕੱਲੀ ਭਗਤੀ ਨਾ ਵੇਖੋ, ਕੋਈ ਉਹਨਾਂ ਨੇ ਜ਼ਿੰਦਗੀ 'ਚ ਕੀ ਕੀ ਹੰਢਾਇਆ ਉਹ ਵੀ ਤੇ ਵੇਖੋ। ਮੈਨੂੰ ਆਪਣਿਆਂ ਨੇ ਕਹਿ ਦਿੱਤਾ ਵੀ ਆਪਣੇ ਪਿਤਾ ਦੀ ਕੁੱਲ ਦਾ ਘਾਤ ਕਰੇਗਾ, ਨੁਕਸਾਨ ਕਰੇਗਾ, ਭਾਵ ਕੁੱਲ ਦਾ ਨਾਸ਼ਕ ਹੋਏਗਾ। ਭਗਤ ਜੀ ਕਹਿੰਦੇ ਮੈਂ ਗੱਲ ਦਿਲ ਤੇ ਨਹੀਂ ਲਾਈ। ਕੋਈ ਗੱਲ ਨਹੀਂ, ਸਮਾਜ ਹੈ, ਜ਼ਮਾਨਾ ਮੈਨੂੰ ਸਮਝ ਨਹੀਂ ਸਕਦਾ, ਇਸ ਲਈ ਬੰਦਾ ਬੋਲਦਾ ਏ। ਨਿਸਚੈ ਨਾਸ ਬੰਸ ਕਾ ਕਰੀ, ਵੱਡੋ ਢੀਠ ਡਰ ਹਿਰਦੈ ਨਾ ਧਰੀ। ਜਿਨ੍ਹਾਂ ਨੂੰ ਮੈਂ ਆਪਣਾ ਗੁਰੂ ਮੰਨਿਆ ਉਹਨਾਂ ਨੇ ਮੇਰੇ ਲਈ ਸ਼ਬਦ ਵਰਤੇ। ਕਹਿੰਦੇ ਇਹ ਢੀਠ ਹੈ, ਇਹ ਬੇਸ਼ਰਮ ਹੈ, ਇਹ ਮੰਨਦਾ ਨਹੀਂ। ਕੋਈ ਮਾੜੇ ਕੰਮ ਕਰੇ ਤੇ ਆ ਸ਼ਬਦਾਂ ਨਾਲ ਸ਼ੋਭਾ ਪਾਵੇ, ਪਰ ਇੱਕ ਮਾਸੂਮ ਜਿਹਾ ਬੱਚਾ 5 ਸਾਲ ਦੀ ਉਮਰ, ਜਿਹਦਾ ਦੋਸ਼ ਕੋਈ, ਕਸੂਰ ਕੋਈ, ਨਿਰਜ਼ੰਦ ਹੈ, ਐਸੇ ਸ਼ਬਦਾਂ ਦੇ ਨਾਲ ਰਾਖਸ਼ ਸੰਬੋਧਨ ਕਰਦੇ ਨੇ। ਕਹਿੰਦੇ ਤੇਰਾ ਅੰਤ ਮਾੜਾ ਹੋਏਗਾ। ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਗਮ ਨਹੀਂ ਸੀ ਹੁੰਦਾ। ਮੈਂ ਇੱਕ ਗੱਲ ਸੋਚਦਾ ਸੀ, ਜੈਸਾ ਅੰਤ ਮੇਰਾ ਨਿਰੰਕਾਰ ਨੇ ਲਿਖਿਆ ਉਹ ਜਿਹਾ ਹੀ ਰਹਿਣਾ। ਕਿਸੇ ਦੇ ਕਿਹਾ, ਕਿਸੇ ਦੇ ਸੁਣਿਆ, ਮੈਨੂੰ ਕੋਈ ਫਰਕ ਨਹੀਂ ਪੈਣਾ। ਆਨਹ ਬੈਂਤ ਸਾਸਨ ਦੇਈ, ਬਿਨ ਡਾਂਟੇ ਇਹ ਸੀਖ ਨਾ ਲੇ। ਇੰਨੀਆਂ ਗੱਲਾਂ ਕਹਿੰਦੇ ਕਹਿੰਦੇ ਮੰਦੇ ਚੰਗੇ ਬੋਲ ਬੋਲੇ, ਮੈਂ ਕਬੂਲ ਵੀ ਸੁਣੇ। ਫਿਰ ਮੇਰੇ ਗੁਰੂ ਸੰਡੇ ਮਰ ਕੇ ਨੇ ਬੈਂਤ ਦੀ ਸੋਟੀ ਚੁੱਕ ਲਈ। ਗੁੱਸਾ ਕਿਉਂ ਆਇਆ? ਵੀ ਮੈਂ ਝਿੜਕਦਾ ਹੀ ਹੱਸਦਾ। ਉਹਨਾਂ ਦਾ ਹਾਸਾ ਦੁਨਿਆਵੀ ਨਹੀਂ ਸੀ, ਉਹ ਰੱਬ ਦੇ ਰੰਗ 'ਚ ਹੱਸਦੇ ਸੀ, ਜਿਨ੍ਹਾਂ ਨੂੰ ਦੁੱਖ ਨਹੀਂ ਸੀ ਕੋਈ, ਪਰਵਾਹ ਨਹੀਂ ਸੀ ਕੋਈ। ਮੇਰੇ ਪਿਤਾ ਦੇ ਕਹਿਣ ਦੇ ਬਾਵਜੂਦ ਕਹਿੰਦੇ ਉਹਨਾਂ ਨੇ ਮੇਰੇ ਤੇ ਸੋਟੀਆਂ ਦੀ ਮਾਰ ਮਾਰੀ, ਇੱਕ ਮੂੰਹ ਛੱਡ ਕੇ, ਚਿਹਰੇ ਤੇ ਨਹੀਂ ਮਾਰਿਆ। ਕਸੂਰ ਕੀ ਹੈ ਜੀ? ਚੋਰੀ ਕੀਤੀ ਹੈ, ਠੱਗੀ ਮਾਰੀ ਹੈ, ਜਾਂ ਕਿਸੇ ਨੂੰ ਬੁਰਾ ਬੋਲਿਆ? ਨਹੀਂ, ਸਿਰਫ ਰੱਬ ਰੱਬ ਜਪਿਆ। ਆਖੋ ਸਤਿਨਾਮ। ਰੱਬ ਦਾ ਨਾਮ ਜਪਣ ਵਾਲਿਆਂ ਦੇ ਜੀਵਨ ਵਿੱਚ ਹਮੇਸ਼ਾ ਕਠਿਨਾਈ ਆਉਂਦੀ। ਇਹਦੇ ਕਾਰਨ ਨੇ, ਇੱਕ ਵਾਰ ਤੇ ਔਖਾ ਜ਼ਰੂਰ ਆਉਂਦਾ, ਮੁੜ ਕੇ ਜ਼ਿੰਦਗੀ 'ਚ ਆਨੰਦ ਬਣ ਜਾਂਦਾ, ਕਿਉਂਕਿ ਹਿਸਾਬ ਕਿਤਾਬ ਮੁੱਕ ਜਾਂਦੇ। ਬੈਂਤਾਂ ਦੀ ਮਾਰ ਮਾਰ ਕੇ ਮੈਨੂੰ ਮੇਰਾ ਗੁਰੂ ਸੰਡਾ ਕਹਿੰਦਾ ਪੜ੍ਹ, ਬੋਲ, ਜਲੇ ਹਰਨਾਕਸ਼ ਥਲੇ ਹਰਨਾਕਸ਼। ਮੈਂ ਇੱਕੋ ਗੱਲ ਕਹਿੰਦਾ, ਜਲੇ ਰਾਮਾ ਥਲੇ ਰਾਮਾ। ਮੇਰੀ ਕਹਿੰਦੀ ਉਹ ਜ਼ੁਬਾਨ, ਭਾਵੇਂ ਮੈਂ ਅੰਮ੍ਰਿਤ ਵਰਗੀ ਰੱਬ ਦੇ ਨਾਮ ਲਈ ਬੋਲਦਾ ਸੀ, ਉਹਨਾਂ ਨੂੰ ਜ਼ਹਿਰ ਲੱਗਦੀ ਸੀ। ਸੁਭਾਵਕ ਹੈ। ਮੇਰੇ ਵਿਰੁੱਧ ਕੋਈ ਬੋਲੇਗਾ, ਭਾਵੇਂ ਉਹ ਸੱਚੀ ਗੱਲ ਬੋਲੂ, ਮੈਨੂੰ ਚੰਗਾ ਨਹੀਂ ਲੱਗਣਾ।
ਤੁਹਾਡੇ ਵਿਰੁੱਧ ਕੋਈ ਬੋਲੇ ਪਰ ਗੱਲ ਸੱਚੀ ਕਰੇ, ਤੁਹਾਨੂੰ ਸ਼ੋਭਾ ਨਹੀਂ ਦੇਗਾ, ਚੰਗਾ ਨਹੀਂ ਲੱਗੇਗਾ, ਕਿਉਂਕਿ ਤੁਹਾਨੂੰ ਲੱਗਦਾ ਮੇਰੇ ਮੁਤਾਬਕ ਬੋਲੋ, ਜੋ ਮੈਨੂੰ ਚੰਗਾ ਲੱਗਦਾ ਉਹ ਆਖੋ। ਭਗਤ ਜੀ ਕਹਿੰਦੇ ਮੈਂ ਰੱਬ ਦੀ ਗੱਲ ਕਰਦਾ ਸੀ, ਰਾਖਸ਼ਾਂ ਨੂੰ ਕਿੱਥੇ ਭਗਤੀ ਪਾਉਂਦੀ ਹੈ। ਬਾਣੀ ਲਿਖਦੀ ਨਾ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸਹਾਏ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਭਗਤੀ ਚੰਗੀ ਲੱਗਦੀ, ਪਰ ਪਾਪੀਆਂ ਨੂੰ ਨਾ ਭਗਤੀ ਚੰਗੀ ਲੱਗੇ ਨਾ ਪੂਜਾ ਚੰਗੀ ਲੱਗੇ। ਅੱਧ ਸੋਟੀਆਂ ਮਾਰ ਮਾਰ ਕੇ ਮੈਨੂੰ ਇਹ ਦ੍ਰਿੜ ਕਰਾਇਆ ਗਿਆ ਵੀ ਇੰਨਾ ਕਿਤੇ ਸਬਕ ਯਾਦ ਕਰ ਲਾ, ਤੇਰੇ ਪਿਤਾ ਨੇ ਸੁਣਨਾ, ਬਾਕੀ ਜੋ ਮਰਜ਼ੀ ਬੋਲੀ ਜਾ। ਕਹਿੰਦੇ ਥੋੜਾ ਜਿਹਾ ਸਮਝੌਤਾ ਕਰ, ਕੁੱਟ ਮਾਰ ਕੇ ਕਹਿੰਦੇ ਵੀ ਜਦੋਂ ਤੇਰਾ ਪਿਤਾ ਤੈਨੂੰ ਕੋਲ ਬੁਲਾ ਕੇ ਆਖੇ, ਕਹਿੰਦੀ ਬਾਪੂ ਜੀ ਪਾਣੀ 'ਚ ਵੀ ਤੁਸੀਂ, ਧਰਤੀ ਤੇ ਵੀ ਤੁਸੀਂ, ਆਕਾਸ਼ ਤੇ ਵੀ ਤੁਸੀਂ। ਮੈਂ ਹੱਸ ਕੇ ਆਖਿਆ ਵੀ ਜੋ ਸੱਚ ਹੀ ਨਹੀਂ ਮੈਂ ਕਿਵੇਂ ਕਹਿ ਦਿਆਂ, ਆਖੋ ਸਤਿਨਾਮ ਜੋ ਝੂਠ ਹੈ। ਨਾਸ਼ਵੰਤ ਹੈ, ਸੋਟੀਆਂ ਮਾਰ ਕੇ ਸੰਡਾ ਮਰਕਾ ਕਹਿੰਦਾ ਨਾਸ਼ਵੰਤ ਕਿਉਂ? ਉਹਨੇ ਵਰ ਲਏ ਹੋਏ ਨੇ, ਨਾ ਦਿਨੇ ਮਰੇ ਨਾ ਰਾਤ ਮਰੇ, ਨਾ ਧੁੱਪੇ ਮਰੇ ਨਾ ਸ਼ਾਮ ਮਰੇ, ਨਾ ਅੰਦਰ ਮਰੇ ਨਾ ਬਾਹਰ ਮਰੇ, ਤੂੰ ਕਿਵੇਂ ਕਹਿੰਦਾ ਨਾਸ਼ਵੰਤ ਹੈ? ਮੈਂ ਕਿਹਾ ਜੀ ਇਹ ਸੱਚ ਹੈ, ਸਭਨਾਂ ਨੇ ਮਰ ਜਾਣਾ ਹੈ, ਇੱਥੇ ਸਦੀਵ ਰਹਿੰਦਾ ਕੋਈ ਨਹੀਂ। ਉਹ ਪ੍ਰਕਾਰ ਕੋ ਭੈ ਦਿਖਰਾਵੇਂ, ਆਪਣੀ ਵਿਦਿਆ ਸਕਲ ਬੜਾਵੇਂ। ਬੜੇ ਤਰ੍ਹਾਂ ਦੇ ਡਰ ਦਿੱਤੇ ਜਾਂਦੇ, ਕੱਲੇ ਨੂੰ ਕਮਰੇ 'ਚ ਹਨੇਰੇ 'ਚ ਬੰਦ ਕੀਤਾ ਜਾਂਦਾ, ਬਸ ਇੱਕੋ ਗੱਲ ਸਿਖਾਈ ਜਾਂਦੀ ਸੀ ਵੀ ਸਾਡੇ ਮੁਤਾਬਕ ਪੜ੍ਹ ਜੋ। ਰਾਖਸ਼ਾਂ ਦੇ ਬੱਚੇ ਪੜ੍ਹਦੇ ਆ, ਪੜ੍ਹਾਈ ਕੀ ਸਿਖਾਉਂਦੀ ਆ ਬੰਦੇ ਨੂੰ? ਈਰਖਾ, ਸੜਨਾ, ਆਕੜਨਾ, ਹਉਮੈ ਕਰਨੀ, ਲੜਨਾ, ਕ੍ਰੋਧ 'ਚ ਰਹਿਣਾ, ਆਪਣੇ ਆਪ ਨੂੰ ਮਹਾਨ ਜਾਣਨਾ। ਇਹ ਦੁਨਿਆਵੀ ਵਿਦਿਆ ਦੇ ਤੱਤ ਨੇ। ਧਰਮ ਦੀ ਵਿਦਿਆ ਕੀ ਸਿਖਾਉਂਦੀ? ਨਿਮਰਤਾ, ਹਲੀਮੀ, ਸਬਰ, ਸੰਤੋਖ, ਪ੍ਰੇਮ, ਭਾਵਨਾ, ਇਸ ਵਿਦਿਆ 'ਚ ਮਿਲਦੀ ਹੈ, ਜੋ ਭਗਤ ਪ੍ਰਹਿਲਾਦ ਜੀ ਵਿੱਚ ਕੁੱਟ-ਕੁੱਟ ਕੇ ਭਰੀ ਸੀ। ਪਰ ਰਾਖਸ਼ ਇਹ ਸੋਚਦੇ ਸੀ ਵੀ ਇਹ ਬੱਚਾ ਇੰਨਾ ਢੀਠ ਕਿਉਂ ਹੈ? ਜਿਹੜਾ ਸਬਕ ਅਸੀਂ ਸਿਖਾਉਂਦੇ ਆ, ਯਾਦ ਕਰਨਾ ਦੂਰ ਦੀ ਗੱਲ, ਇਹ ਜ਼ੁਬਾਨੋਂ ਬੋਲਦਾ ਵੀ ਨਹੀਂ। ਏਕ ਨਹੀਂ ਤਿਨ ਕੀ ਮਨ ਮਾਨੀ, ਦੇਖ ਕਰੀ ਤੇ ਤੂਸ਼ਨ ਥਾਨੇ। ਭਗਤ ਪ੍ਰਹਿਲਾਦ ਕਹਿੰਦੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਤੁਹਾਡੀ ਕਿਰਪਾ ਸਦਕਾ ਮੈਂ ਇੱਕ ਵੀ ਨਾ ਮੰਨੀ ਉਹਨਾਂ ਦੀ। ਇੰਨਾ ਟੌਰਚਰ ਸਿਆ, ਮੈਂਟਲੀ, ਫਿਜ਼ੀਕਲੀ ਕੁੱਟਮਾਰ ਝੱਲੀ। ਇੱਕ ਰਾਜੇ ਦਾ ਪੁੱਤ ਹੋ ਕੇ ਦੇਖੋ, ਬਾਦਸ਼ਾਹ ਦਾ ਪੁੱਤ ਜੋ ਤਿੰਨੇ ਲੋਕਾਂ ਤੇ ਰਾਜ ਕਰਦਾ ਹੈ, ਤੇ ਉਹਦੇ ਪੁੱਤ ਦਾ ਹਾਲ ਕੀ ਹੋ ਰਿਹਾ ਹੈ? ਕਾਹਦੇ ਲਈ? ਸਿਰਫ ਚੰਗੇ ਰੱਬ ਲਈ, ਪਰਮਾਤਮਾ ਦੀ ਭਗਤੀ ਪਿੱਛੇ ਆ ਹਸ਼ਰ ਹੋਇਆ। ਕਹਿੰਦੇ ਮੈਂ ਨਾ ਬੋਲਣਾ ਬੰਦ ਕਰਤਾ, ਜ਼ੁਬਾਨ ਤੋਂ ਰਾਮ ਰਾਮ ਕਹਿਣਾ ਬੰਦ ਕਰਤਾ, ਅੰਦਰ ਚੱਲਦਾ ਸੀ। ਮੈਂ ਕਿਹਾ ਇਹਨਾਂ ਮੂਰਖਾਂ ਨੂੰ ਸਮਝ ਹੀ ਨਹੀਂ ਆਉਣੀ, ਇਹ ਆਪਣੀ ਬਿਰਤੀ ਮੁਤਾਬਕ ਮੈਨੂੰ ਚਲਾਉਣਾ ਚਾਹੁੰਦੇ ਆ, ਪਰ ਮੈਂ ਚੱਲਿਆ ਹੀ ਨਹੀਂ। ਚੁੱਪ ਰਿਹਾ, ਕਈ ਦਿਨ ਸ਼ਾਂਤ ਰਿਹਾ, ਉਹ ਮੈਨੂੰ ਦਬਕਾਉਂਦੇ ਰਹੇ, ਝਿੜਕਦੇ ਰਹੇ, ਬਾਰ-ਬਾਰ ਝੁਕਾਉਂਦੇ ਹਨ। ਬੀਤ ਗਇਓ ਜਬ ਕੀਤਕ ਕਾਲਾ, ਤੇ ਜਾਨਤ ਪੇ ਪੜਿਓ ਵਿਸਾਲਾ। 1.5-2 ਮਹੀਨੇ ਕਹਿੰਦੇ ਮੈਨੂੰ ਚੰਗੀ ਸ਼ਾਸਨਾ ਦਿੱਤੀ, ਤਾੜਨਾ ਦਿੱਤੀ, ਉਤਪੀੜਨ ਕੀਤਾ ਗਿਆ, ਵੱਧ ਘੱਟ ਬੋਲਿਆ ਗਿਆ, ਸਰੀਰ ਉੱਤੇ ਮੇਰੇ ਲਾਸ਼ਾਂ ਪਾ ਦਿੱਤੀਆਂ। 5 ਸਾਲ ਦਾ ਬੱਚਾ ਛੋਟਾ ਕੋਮਲ ਕਲੀ। ਚਲੋ ਸੰਡੇ ਮਰਕੇ ਨੂੰ ਲੱਗਿਆ ਵੀ ਇੰਨਾ ਕੁਝ ਇਹਨੂੰ ਸਿਖਾਇਆ, ਇਹਨੂੰ ਯਾਦ ਤੇ ਹੋ ਗਿਆ, ਢੀਠ ਹੈ, ਬੋਲਦਾ ਨਹੀਂ। ਇੱਕ ਦਿਨ ਮੇਰੇ ਪਿਤਾ ਦਾ ਸੰਦੇਸ਼ਾ ਆਇਆ, ਮੇਰਾ ਪੁੱਤ ਤੇ ਮਿਲਾ ਦਿਓ। ਹੁਣ ਪਿਤਾ ਉੱਤੋਂ ਪਿਆਰ ਕਰਦਾ ਹੈ, ਕੋਸ਼ਿਸ਼ ਕਰਦਾ ਹੈ ਮੇਰਾ ਬੱਚਾ ਤਾਂ ਹੈ ਜੇ ਮੇਰੀ ਗੱਲ ਮੰਨੂ, ਕੋਈ ਪੁੱਤ ਹੀ ਨਹੀਂ ਮੇਰਾ। ਸਮਾਜ ਇਦਾਂ ਹੀ ਹੈ ਨਾ, ਸਾਨੂੰ ਲੱਗਦਾ ਹੈ ਵੀ ਜਿਹੜਾ ਮੇਰੀ ਗੱਲ ਮੰਨੇ, ਮੇਰੇ ਮੁਤਾਬਕ ਚੱਲੇ, ਉਹੋ ਹੀ ਮੇਰਾ ਹੈ, ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ। ਜੇ ਮੁਤਾਬਕ ਚੱਲੂ ਤਾਈਓ ਆ, ਸਮਾਜ ਦਾ ਰਿਸ਼ਤਾ ਹੈ। ਪਿਤਾ ਨੇ ਸੋਚਿਆ ਚੱਲ ਹੁਣ ਤੇ ਪੁੱਤ ਨੂੰ ਸਜ਼ਾ ਬੜੀ ਮਿਲ ਗਈ ਹੋਣੀ, ਕਿਉਂਕਿ ਅੱਖਾਂ ਸਾਹਮਣੇ ਪੁੱਤ ਨੂੰ ਕਟਵਾਉਣਾ ਨਹੀਂ ਸੀ ਚਾਹੁੰਦਾ, ਅੱਖਾਂ ਸਾਹਮਣੇ ਪਿਤਾ ਨਹੀਂ ਸੀ ਚਾਹੁੰਦਾ ਮੇਰੇ ਸਾਹਮਣੇ ਮੇਰੇ ਪੁੱਤ ਨੂੰ ਝਿੜਕੇ। ਫਿਰ ਤੇ ਪੁੱਤ ਦੇ ਮਨ 'ਚ ਆ ਜਾਊਗਾ ਨਾ ਵੀ ਬਾਪੂ ਕੋਲ ਖੜ ਕੇ ਕਟਵਾਉਂਦਾ ਹੈ। ਉਹ ਤਰੀਕਾ ਵਰਤਦਾ ਸੀ, ਕਹਿੰਦਾ ਪਰਾਂ ਲਿਜਾ ਕੇ ਕੁੱਟੋ, ਜਿਵੇਂ ਮਰਜ਼ੀ ਮਨਾਓ, ਪਰ ਇਹਦੇ ਮੂੰਹ ਤੋਂ ਮੇਰੇ ਬਾਰੇ ਰੱਬ ਕਹਾਓ। ਪਿਤਾ ਨੇ ਸੱਦਾ ਮੇਰੇ ਨਹੀਂ ਦਿੱਤਾ ਵੀ ਪੁੱਤਰ ਮੇਰੇ ਨੂੰ ਸਭਾ ਵਿੱਚ ਲੈ ਕੇ ਆਓ। ਇੱਕ ਦਿਨ ਦੈਂਤ ਰਾਜ ਕੇ ਪਾਸਾ, ਲੈ ਕਰ ਗਮਨੇ
ਕਰਤ ਹੋ ਲਾਸਾ। ਕਹਿੰਦੇ ਇੱਕ ਦਿਨ ਫਿਰ ਸਪੈਸ਼ਲ ਤੌਰ ਤੇ ਮੈਨੂੰ ਸੋਹਣੀ ਪੁਸ਼ਾਕ ਚ ਲਪੇਟਿਆ ਗਿਆ, ਬੜੇ ਸੋਹਣੇ ਕੱਪੜੇ ਪਾਏ ਤਾਂ ਜੋ ਸਰੀਰ ਤੇ ਵੱਜੀਆਂ ਸੱਟਾਂ ਨਾ ਦਿਸਣ। ਮੈਨੂੰ ਪਿਤਾ ਦੀ ਕਚਹਿਰੀ ਚ ਪੇਸ਼ ਕੀਤਾ। ਭਗਤ ਪ੍ਰਹਿਲਾਦ ਕਹਿੰਦੇ ਮੈਨੂੰ ਨਹੀਂ ਲੱਗਿਆ ਮੈਂ ਆਪਣੇ ਪਿਓ ਕੋਲ ਆਇਆ। ਮੈਨੂੰ ਇਹ ਲੱਗਦਾ ਸੀ ਜਿਵੇਂ ਮੈਂ ਕੋਈ ਬਹੁਤ ਵੱਡਾ ਅਪਰਾਧ ਕੀਤਾ ਹੋਵੇ, ਕਿਸੇ ਜੱਜ ਦੀ ਕਚਹਿਰੀ ਵਿੱਚ ਖੜਿਆ ਹੋਵਾਂ। ਕਹਿੰਦੇ ਆਪਣਾਪਣ ਹੈ ਹੀ ਨਹੀਂ ਸੀ ਉੱਥੇ। ਮੈਂ ਸਭਾ ਚ ਆਇਆ, ਰਾਖਸ਼ਾਂ ਦਾ ਰਾਜਾ ਭਗਤ ਪ੍ਰਹਿਲਾਦ ਜੀ ਦਾ ਬਚਨ ਹੈ, ਕਹਿੰਦੇ ਪਿਓ ਹੋ ਕੇ ਪਿਓ ਨਹੀਂ ਬਣਿਆ। ਜਦ ਭਰੀ ਕਚਹਿਰੀ ਵਿੱਚ ਆਇਆ, ਮੇਰੇ ਚਿਹਰੇ ਦਾ ਜਲਾਲ ਮੇਰੇ ਪਿਤਾ ਨੇ ਵੇਖਿਆ। ਉਹ ਵੇਖ ਕੇ ਖੁਸ਼ ਹੋਇਆ ਵੀ ਇਹ ਹੱਸਦਾ ਆਉਂਦਾ, ਇਹਦਾ ਮਤਲਬ ਇਹ ਮੰਨ ਗਿਆ ਸਾਡੀ ਗੱਲ, ਸਾਡੇ ਮੁਤਾਬਕ ਚੱਲੇਗਾ। ਕਈ ਵਾਰ ਨਾ ਬਜ਼ੁਰਗਾਂ ਦੀ ਜ਼ਿੰਦਗੀ ਲੰਘ ਜਾਂਦੀ ਆ, ਉਹ ਬੱਚਿਆਂ ਨੂੰ ਆਪਣੇ ਮੁਤਾਬਕ ਚਲਾਉਣ ਦੀ ਕੋਸ਼ਿਸ਼ ਕਰਦੇ ਆ ਵੀ ਜਿਵੇਂ ਮੈਂ ਕਹਾਂ ਉਵੇਂ ਕਰ, ਮੇਰਾ ਪਾਣੀ ਭਰਨ। ਇਹ ਭੁਲੇਖਾ ਹੀ ਹੁੰਦਾ ਹੈ। ਭਗਤ ਪ੍ਰਹਿਲਾਦ ਕਹਿੰਦੇ ਮੈਂ ਕੋਈ ਗਲਤ ਕੰਮ ਨਹੀਂ ਸੀ ਕੀਤਾ, ਗਲਤ ਰਾਹ ਤੇ ਨਹੀਂ ਚੱਲਿਆ ਸੀ। ਮੈਂ ਭਰੇ ਦਰਬਾਰ ਚ ਆਇਆ, ਪਿਤਾ ਨੂੰ ਨਾ ਸਲਾਮ ਕੀਤੀ, ਨਾ ਦੁਆ ਕੀਤੀ, ਨਾ ਨਮਸਕਾਰ ਕੀਤੀ। ਕਹਿੰਦੇ ਨਾਲ ਆਏ ਮੇਰੇ ਗੁਰੂ ਨੇ ਮੱਥਾ ਟੇਕਿਆ। ਹੁਣ ਉਹ ਰਾਜਾ ਬਾਦਸ਼ਾਹ ਹੈ, ਤਿੰਨੇ ਲੋਕਾਂ ਦਾ ਰਾਜਾ ਹੈ, ਮਾੜਾ ਮੋਟਾ ਤੇ ਹੈ ਨਹੀਂ ਵੀ ਕੋਈ ਐਮਸੀ ਹੋਊ, ਐਮਐਲਏ ਹੋਊ, ਪਟਿਆ ਸ੍ਰਿਸ਼ਟੀ ਦਾ ਮਾਲਕ ਬਣਿਆ ਫਿਰਦਾ ਸੀ। ਕਹਿੰਦੇ ਮੈਂ ਪਿਤਾ ਕੋਲ ਜਾ ਕੇ ਖੜ ਗਿਆ ਏਦਾਂ ਜਿਵੇਂ ਮੈਂ ਜਾਣਦਾ ਹੁੰਦਾ ਨਹੀਂ। ਜਾਏ ਪਿਤਾ ਪਦ ਬੰਦਨ ਕੀਨੀ, ਕਰੇ ਹਰਖ ਆਸਿਕ ਤਿਨ ਦੀਨੀ। ਮੇਰੇ ਗੁਰੂ ਨੇ ਮੈਨੂੰ ਕੋਲ ਆ ਕੇ ਆਖਿਆ ਪੁੱਤਰ ਤੇਰੇ ਪਿਤਾ ਨੇ ਮੱਥਾ ਟੇਕ। ਮੈਂ ਪਿਤਾ ਸ਼ਬਦ ਸੁਣ ਕੇ ਆਪਣੇ ਪਿਤਾ ਦੇ ਚਰਨਾਂ ਤੇ ਮੱਥਾ ਟੇਕਦਾ, ਅੰਦਰੋਂ ਨਹੀਂ ਟੇਕਿਆ, ਕਿਉਂਕਿ ਮੈਨੂੰ ਕਦੇ ਪਿਤਾ ਨੇ ਪਿਤਾ ਵਾਲਾ ਪਿਆਰ ਦਿੱਤਾ ਹੀ ਨਹੀਂ। ਜਦ ਮੈਂ ਕੋਲੇ ਆਇਆ ਨਾ, ਮੱਥਾ ਟੇਕਿਆ, ਪਿਤਾ ਮੇਰੇ ਨੇ ਮੈਨੂੰ ਬਾਹਾਂ ਤੋਂ ਫੜ ਲਿਆ, ਬੜਾ ਪਿਆਰ ਮੋਹ ਜਤਾ ਕੇ ਮੇਰਾ ਮੱਥਾ ਚੁੰਮਿਆ ਏ। ਦੋਏ ਕਰ ਸੋਂਗਹਿ ਕਰ ਪਲ ਭਾਂਤੇ, ਬੰਧਨ ਬੇਲੋਕ ਲਾਏ ਲੀਏ ਛਾਤੇ। ਘੁੱਟ ਕੇ ਮੈਨੂੰ ਗਲ ਨਾਲ ਲਾਇਆ। ਕਹਿੰਦੇ ਮੇਰਾ ਚੰਨ ਪੁੱਤ ਹੈ, ਪਰ ਮੈਨੂੰ ਉਹਦੀਆਂ ਗੱਲਾਂ 'ਚ, ਮੈਨੂੰ ਮੇਰੇ ਪਿਤਾ ਦੀ ਜ਼ੁਬਾਨ ਤੋਂ ਏਦਾਂ ਲੱਗਦਾ ਸੀ ਇਹ ਦੁਨਿਆਵੀ ਮੋਹ ਦਾ ਛਲ ਕਰਦਾ ਮੇਰੇ ਨਾਲ, ਕਪਟ ਕਰਦਾ ਦਿਲੋਂ, ਮੈਨੂੰ ਇਹਨੇ ਆਪਣਾ ਮੰਨੇ। ਮੱਥਾ ਚੁੰਮ ਕੇ ਗੋਦੀ 'ਚ ਬਿਠਾ ਕੇ ਮੇਰੇ ਪਿਤਾ ਨੇ ਕੁਝ ਪਲ ਲਾੜ ਲੜਾਇਆ। ਮੈਂ ਆਪਣੇ ਦੁੱਖ ਨਾ ਦੱਸ ਸਕਦਾ ਸੀ ਮੈਂ ਵੀ ਆਹ ਪਿਤਾ ਜੀ ਜਿਨ੍ਹਾਂ ਨੂੰ ਪੜਾਉਣ ਵਾਸਤੇ ਭੇਜਿਆ ਤੇ ਕੁੱਟ-ਕੁੱਟ ਕੇ ਨਾਸ ਮਾਰਦੇ ਆ, ਮੇਰਾ ਬੁਰਾ ਹਾਲ ਕਰਦੇ ਆ। ਮੈਨੂੰ ਪਤਾ ਸੀ ਇਹ ਸਿਰਫ ਮੋਹ ਦੀਆਂ ਤੰਦਾਂ ਨੇ, ਇੱਥੇ ਕੁਛ ਵੀ ਨਹੀਂ, ਕੋਈ ਆਪਣਾ ਨਹੀਂ। ਕਹਿੰਦੇ ਮੈਂ ਬੈਠਾ ਰਿਹਾ, ਬਦਨ 'ਚ ਦਰਦ ਹੁੰਦਾ ਸੀ ਜਦੋਂ ਪਿਤਾ ਪਿਆਰ ਨਾਲ ਮੇਰਾ ਮੁੱਖ ਚੁੰਮਦਾ ਸੀ, ਮੇਰਾ ਹੱਥ ਫੜਦਾ ਸੀ, ਸਰੀਰ ਨੂੰ ਦੱਬ ਕੇ ਹੱਥ ਲਾ ਕੇ ਕਹਿੰਦਾ ਪੁੱਤ ਕੀ ਪੜਿਆ ਫਿਰ। ਕਹਿੰਦੇ ਮੈਨੂੰ ਪਤਾ ਸੀ ਇਸ ਗੱਲ ਦਾ ਵੀ ਇਸ ਬੰਦੇ ਨੂੰ ਸਿਰਫ ਆਪਣੀ ਹਉਮੈ ਪਿਆਰੀ ਹੈ, ਇਹਨੂੰ ਕਿਸੇ ਰਿਸ਼ਤੇ ਦੇ ਨਾਲ ਕੋਈ ਲਗਾਵ ਨਹੀਂ। ਅੰਕ ਬਿਠਾਇਓ ਬਚਨ ਅਲਾਵਾ, ਏ ਸੁਤ ਕਾਲ ਬਿਤੇ ਬਹੁ ਆਵਾ। ਬੜੇ ਪਿਆਰ ਤੇ ਮੋਹ ਦੀਆਂ ਤੰਦਾਂ ਪਾ ਕੇ ਪਿਤਾ ਕਹਿੰਦਾ ਪੁੱਤ ਬੜੇ ਸਮੇਂ ਬਾਅਦ ਆਇਆ ਤੂੰ। ਲੈ ਦੱਸ ਭੇਜਿਆ ਕਿਹਨੇ ਹੈ? ਹਮਦਰਦੀ ਵੀ ਉਹ ਮਨੁੱਖ ਕਰਦਾ ਹੈ ਜਿਹਨੇ ਕਿਹਾ ਵੀ ਇਹਨੂੰ ਛੱਲੋ, ਇਹਨੂੰ ਕੁੱਟੋ, ਇਹਨੂੰ ਮਾਰੋ, ਪਰ ਜਿਵੇਂ ਮਰਜ਼ੀ ਕਰਾਓ। ਸਮਾਜ ਹੈ ਇਹ, ਕਹਿੰਦੇ ਉਸੀ ਫੋਕੀ ਹਮਦਰਦੀ ਬਾਹਰ ਦੀ। ਜੇ ਪਿਤਾ ਨੂੰ ਪਿਆਰ ਹੁੰਦਾ ਇੱਕ ਦਿਨ ਮਿਲਣ ਤੇ ਆਉਂਦਾ, ਕਦੇ ਆ ਕੇ ਵੇਖਦਾ ਤੇ ਸਹੀ ਮੇਰਾ ਲਾਲ ਕੀ ਕਰਦਾ, ਮੇਰਾ ਪੁੱਤ ਕੀ ਕਰਦਾ, ਕਦੇ ਵੀ ਨਹੀਂ ਪੁੱਛਦਾ। ਉਹ ਸਿਰਫ ਉਹਨਾਂ ਨੂੰ ਪੁੱਛਦਾ ਸੀ ਜੋ ਮੇਰੇ ਕਦੇ ਬੜੇ ਨਹੀਂ, ਸੰਡਾ ਵਰਗਾ ਉਸਤਾਦ ਟੀਚਰ। ਉਹ ਕਹਿੰਦੇ ਸੀ ਅੱਜ ਵੀ ਨਹੀਂ ਮੰਨਿਆ, ਕੱਲ ਵੀ ਨਹੀਂ ਮੰਨਿਆ। ਕਹਿੰਦੇ ਪੁੱਤ ਨੂੰ ਵੀ ਕਾਲੇ ਪਾਣੀ ਦੀ ਸਜ਼ਾ ਭੁਗਤਣੀ ਪਈ ਸਿਰਫ ਰੱਬ ਦੇ ਨਾਮ ਵਿੱਚ। ਅੱਜ ਉਹ ਘੁਮਾ ਫਿਰਾ ਕੇ ਪੁੱਛਦਾ, ਕਹਿੰਦਾ ਪੁੱਤ ਬੜੀ ਦੇਰ ਬਾਅਦ ਦੇਖਿਆ, ਅੱਜ ਮੈਨੂੰ ਤੇਰਾ ਪਿਆਰ ਆਉਂਦਾ ਹੈ। ਉਦੋਂ ਕਿੱਥੇ ਸੀ ਤੂੰ ਜਦੋਂ ਪੁੱਤ ਤੇ ਸੋਟੀਆਂ ਦੀ ਮਾਰ ਵੱਜਦੀ ਸੀ, ਰਾਤਾਂ ਨੂੰ ਪੁੱਤ ਸੌਂਦਾ ਨਹੀਂ ਸੀ। ਪਿਆਰ ਕਰਨ ਵਾਲੇ ਉਦੋਂ ਕਿੱਥੇ ਸੀ? ਸਿਰਫ ਇਹ ਦਿਖਾਵਾ ਸੀ। ਭਗਤ ਪ੍ਰਹਿਲਾਦ 5 ਸਾਲ ਦੀ ਉਮਰ ਵਿੱਚ ਇਹ ਪੀੜ ਜਾਣਦੇ ਆ, ਜਿਹਨੇ ਦਰਦ ਹੰਢਾਇਆ ਉਹਨੂੰ ਪਤਾ ਹੈ, ਉਹ ਜਾਣਦੇ ਆ ਕੀ ਹੈ। ਕਹਿੰਦੇ ਪਿਤਾ ਮੇਰੇ ਕੋਲ ਮਿੱਠੀਆਂ ਮਿੱਠੀਆਂ ਗੱਲਾਂ ਕਰੇ, ਬੜੇ ਦੇਰ ਬਾਅਦ ਮੈਂ ਆਪਣਾ ਪੁੱਤ ਵੇਖਿਆ, ਮੇਰੀਆਂ ਅੱਖਾਂ ਤਰਸ ਗਈਆਂ। ਪੱਠਿਓ ਪਾਲ
ਚਾਰ ਸੁਨਾਵਹੁ ਮੋਹੀ। ਹੁਣ ਪਿਤਾ ਨੇ ਇੱਕ ਵਾਰ ਵੀ ਨਹੀਂ ਕਿਹਾ ਪੁੱਤ ਇੰਨੇ ਸਮੇਂ 'ਚ ਤੂੰ ਆਪਣੀ ਮਾਤਾ ਨੂੰ ਨਹੀਂ ਮਿਲਿਆ। ਮਾਂ ਤੇ ਰੋਜ਼ ਤੜਫਦੀ ਸੀ ਪੁੱਤ ਨੂੰ ਮਿਲਣ ਵਾਸਤੇ, ਪਰ ਪਿਤਾ ਦਾ ਦਿਲ ਪੱਥਰ ਸੀ ਨਾ, ਰਾਖਸ਼। ਤਰਸਦੇ ਹੈ ਨਹੀਂ, ਦਿਖਾਵੇ ਦਾ ਪਿਆਰ ਹੁੰਦਾ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ, ਅਸਲ 'ਚ ਹੁੰਦਾ ਕੁਛ ਨਹੀਂ। ਕਹਿੰਦੇ ਪਿਤਾ ਆਪਣੀ ਉਸੇ ਥਾਂ ਤੇ ਆ ਗਿਆ, ਕਹਿੰਦਾ ਪੁੱਤ ਚੱਲ ਕੋਈ ਗੱਲ ਨਹੀਂ, ਬੜੀ ਦੇਰ ਬਾਅਦ ਮਿਲੇ ਆ, ਪਾਠਸ਼ਾਲਾ 'ਚ ਸੋਹਣਾ ਸੋਹਣਾ ਜਿਹੜਾ ਪਾਠ ਪੜ੍ਹਿਆ ਉਹ ਸੁਣਾ ਦੇ। ਗੱਲ ਤੇ ਆਹੀ ਹੈ ਨਾ ਮੁੱਖ, ਬਾਕੀ ਕੀ ਸੀ? ਦਿਖਾਵਾ ਸੀ ਸਾਡਾ, ਮੋਹ ਦਾ ਛਲਾਵਾ ਸੀ। ਸੁਣ ਕਰ ਜਨਕ ਬਚਨ ਕੋ ਬੋਲਿਓ, ਮਨ ਕੋ ਮਤੋ ਬਿਦਤ ਸਭ ਖੋਲਿਓ। ਮੈਂ ਪਿਤਾ ਦਾ ਬਚਨ ਮੰਨਿਆ। ਪਿਤਾ ਜੀ ਤੁਸੀਂ ਸੋਹਣੇ ਪਾਠ ਦੀ ਗੱਲ ਕੀਤੀ ਨਾ, ਸੋਹਣਾ, ਲੈ ਸੁਣੋ ਫਿਰ ਮੇਰੇ ਮਨ ਨੇ ਕੀ ਸਿੱਖਿਆ। ਜਿੰਨੀ ਸਿੱਖਿਆ ਆਪਾਂ ਲੈਨੇ ਆ, ਸੁਣਦੇ ਆ, ਪੜ੍ਹਦੇ ਆ, ਉਹ ਮਨ ਕਰਕੇ ਹੀ ਹੈ। ਮੰਨ ਲਓ ਮੈਂ ਕਥਾ ਸੁਣਾਵਾਂ, ਤੁਹਾਡੇ ਮਨ ਨੂੰ ਚੰਗੀ ਨਾ ਲੱਗੇ, ਤੁਸੀਂ ਕਹਿੰਦੇ ਛੱਡ ਯਾਰ ਇਹਨੂੰ ਕੀ ਹੁੰਦਾ ਹੈ, ਸੁਭਾਵਿਕ ਹੈ। ਜੇ ਮਨ ਮੰਨਦਾ ਹੈ ਤਾਂ ਹੀ ਸੁਣਦੇ ਹੋ ਨਾ। ਮਨ ਮੰਨਦਾ ਤੁਸੀਂ ਗੀਤ ਸੁਣਦੇ ਹੋ, ਮਨ ਮੰਨਦਾ ਤੁਸੀਂ ਪਾਠ ਸੁਣਦੇ ਹੋ, ਮਨ ਮੰਨਦਾ ਤੁਸੀਂ ਗੱਲਾਂ ਸੁਣਦੇ ਹੋ। ਕਿਸੇ ਦੀ ਗੱਲ 'ਚ ਸਾਨੂੰ ਕੋਈ ਇੰਟਰਸਟ ਨਹੀਂ, ਉਹ ਗੱਲ ਸੁਣਾਵੇ ਕਹਿੰਦਾ ਛੱਡ ਯਾਰ ਕੋਈ ਹੋਰ ਗੱਲ ਸੁਣਾ, ਆਹ ਛੱਡ, ਦਿਲਚਸਪੀ ਨਹੀਂ ਨਾ, ਮਨ ਨੂੰ ਭਾਉਂਦੀ ਨਹੀਂ ਨਾ। ਕਹਿੰਦੇ ਪਿਤਾ ਮੇਰਾ ਕਹਿੰਦਾ ਕੋਈ ਸੋਹਣਾ ਪਾਠ ਸੁਣਾ। ਮੈਂ ਕਿਹਾ ਜੀ ਮੇਰੇ ਮਨ ਨੇ ਜੋ ਸੁਣਿਆ ਗ੍ਰਹਿਣ ਕੀਤਾ ਹੈ। ਜਨਕ ਜੀ ਪਿਤਾ ਜੀ ਧਿਆਨ ਦੇ ਨਾਲ ਸੁਣੋ। ਅਬਿਮਤ ਬਾਤ ਤਰੋਰ ਮਾਹੀ, ਹਰ ਜਸ ਸੁਨ ਸਿਮਰਨ ਸੋਭੇ ਆਹੀ। ਮੈਂ ਕਹਿ ਦਿੱਤਾ ਪਿਤਾ ਜੀ ਰੱਬ ਦਾ ਨਾਮ, ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਜਪਿਆ ਕਰੋ। ਆ ਕਿਹੜੇ ਕਪਟ ਛਲ ਵਿੱਚ ਜ਼ਿੰਦਗੀ ਨਰਕ ਬਣਾ ਰਹੇ ਹੋ। ਕਹਿੰਦੇ ਪਿਤਾ ਕੰਬ ਗਿਆ ਇੱਕਦਮ ਸੁਣ ਕੇ, ਫਿਰ ਰੱਬ ਦੀ ਗੱਲ ਕਰਦਾ। ਕੋਈ ਆਪਾਂ ਕਿਹੜੀਆਂ ਗੱਲਾਂ ਕਰਦੇ ਆ, ਦੁਨੀਆ ਤੇ ਰੱਬ ਦੀ ਇੰਨੀ ਵੈਰੀ ਰਹੀ ਹੈ। ਅੱਜ ਵੀ ਲੋਕ ਰਾਖਸ਼ ਨੇ, ਰੱਬ ਦਾ ਨਾਮ ਸੁਣਨਾ ਪਸੰਦ ਨਹੀਂ ਕਰਦੇ, ਦਿਖਾਵਾ ਬਹੁਤ ਹੈ। ਜਦ ਪਿਤਾ ਮੇਰੇ ਨੇ ਸੁਣਿਆ, ਉਹ ਸੁਣਦਾ ਰਿਹਾ ਵੀ ਬੋਲਦਾ ਕੀ ਹੈ, ਇਹ ਕਿੱਥੋਂ ਤੱਕ ਜਾਵੇਗਾ। ਕਰਨ ਕੀਰਤਨ ਚਰਨਨ ਸੇਵਾ, ਅਰਚਨ ਬੰਦਨ ਸ੍ਰੀ ਜਗ ਦੇਵਾ। ਕਹਿੰਦੇ ਰੱਬ ਦੇ ਚਰਨਾਂ ਤੇ ਮੱਥਾ ਟੇਕਿਆ ਕਰੋ, ਰੱਬ ਦਾ ਕੀਰਤਨ ਮਹਿਮਾ ਕਰਿਆ ਕਰੋ, ਉਹਦਾ ਨਾਮ ਜਪਿਆ ਕਰੋ, ਤੇ ਉਹਨੂੰ ਬੰਦਨਾ ਵੀ ਕਰੀਦੀ ਹੈ ਹਿਰਦੇ। ਕਹਿੰਦੇ ਪਿਤਾ ਨੇ ਜਿਹੜੀ ਪਿਆਰ ਦੀ ਮੈਨੂੰ ਗਲਵਕੜੀ ਗੋਦੀ 'ਚ ਬਿਠਾ ਕੇ ਪਾਈ ਸੀ, ਉਹ ਢਿੱਲੀ ਹੋਣ ਲੱਗ ਪਈ, ਕਿਉਂਕਿ ਬਚਨ ਪਸੰਦ ਨਹੀਂ ਨਾ। ਇਹ ਕੀ ਦੱਸ ਰਹੇ ਆ? ਸ਼ੁਭ ਗੁਣ। ਉਹਨੇ ਕਿਹਾ ਸੋਹਣਾ ਪਾਠ ਸੁਣਾ, ਸੋਹਣਾ ਪਾਠ ਸੁਣਾਏਗਾ। ਸ਼ਰਵਣ ਕੀਰਤਨ ਸਿਮਰਨ, ਇਹਦਾ ਜ਼ਿਕਰ ਕਰਦੇ ਆ, ਜਿਹਨੂੰ ਭਗਤੀ ਕਹਿੰਦੇ ਆ। ਭਗਤ ਪ੍ਰਹਿਲਾਦ ਕਹਿੰਦੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀਓ, ਮੈਂ ਰੱਬ ਦੀ ਉਹ ਭਗਤੀ ਜੋ ਉਸ ਨਾਰਦ ਮੁਨੀ ਨੇ ਮੈਨੂੰ ਬਖਸ਼ੀ ਸੀ, ਫਿਰ ਆਪਣੇ ਪਿਤਾ ਦੀ ਕਚਹਿਰੀ 'ਚ ਸੁਣਾਤੀ। ਭਾਵੇਂ ਉਹ ਰਾਖਸ਼ਾਂ ਦਾ ਰਾਜਾ, ਪਿਓ ਵੀ ਹੈ ਮੇਰਾ, ਮੈਂ ਪਰਵਾਹ ਨਹੀਂ ਕੀਤੀ। ਇੱਕ ਇੱਕ ਬਚਨ ਪ੍ਰੇਮ ਵਿੱਚ ਭਿੱਜ ਕੇ ਸੁਣਾਉਂਦਾ ਰਿਹਾ। ਡਿਡ ਵਿਸ਼ਵਾਸ ਹੈ ਆਰਪ ਸਰੀਰਾ, ਕਰਨ ਸਖਾਪਨ ਗੁਣੀ ਗਹੀਰਾ। ਗੁਣਾਂ ਦੇ ਸਾਗਰ ਪਰਮਾਤਮਾ ਦੇ ਉੱਤੇ ਮੈਨੂੰ ਦ੍ਰਿੜ ਵਿਸ਼ਵਾਸ ਹੈ। ਮੇਰੇ ਮਨ 'ਚ ਸੰਕਲਪ ਹੈ, ਮੈਂ ਆਪਣਾ ਸਰੀਰ ਉਹਨੂੰ ਭੇਟ ਕਰਤਾ। ਇਹ ਪ੍ਰੇਮ ਦੀ ਨਿਸ਼ਾਨੀ ਹੈ, ਪਛਤਾਪ ਨਹੀਂ ਹੁੰਦਾ। ਪ੍ਰੇਮ ਕਰਕੇ ਲੈ ਲਿਆ, ਦੇ ਦਿੱਤਾ, ਸਭ ਸੌਂਪ ਦਿੱਤਾ ਹੁੰਦਾ ਹੈ। ਭਗਤ ਪ੍ਰਹਿਲਾਦ ਕਹਿੰਦੇ ਮੈਂ ਆਪਣਾ ਜਿਸਮ, ਆਪਣੀ ਰੂਹ, ਆਪਣਾ ਮਨ ਉਸ ਅਕਾਲ ਪੁਰਖ ਨੂੰ ਦੇਤਾ, ਮੈਨੂੰ ਕਾਹਦਾ ਪਛਤਾਵਾ ਹੈ। ਕਿਉਂਕਿ ਸਾਚ ਕਹੂੰ ਸੁਣ ਲੈ ਹੋ ਸਭੈ ਜਨ ਪ੍ਰੇਮ ਕੀਓ, ਤੇ ਨਹੀਂ ਪ੍ਰਭ ਪਾਇਓ। ਕੁਝ ਖੋ ਕੇ ਮਿਲਦਾ ਹੈ, ਕੁਝ ਗਵਾਉਣਾ ਪੈਂਦਾ, ਕੁਝ ਪਾਉਣ ਵਾਸਤੇ। ਕਹਿੰਦੇ ਮੈਂ ਆਪਣਾ ਆਪ ਗਵਾ ਲਿਆ ਸੀ, ਆਪਣਾ ਜਿਸਮ ਗਵਾ ਲਿਆ। ਇੰਨਾ ਸੋਹਣਾ ਰੂਹ ਜਿਹਾ ਸਰੀਰ ਕੁੱਟ ਕੁੱਟ ਕੇ ਲਾਸ਼ਾਂ ਪਾਤੀਆਂ, ਮੈਂ ਤੇ ਪਰਵਾਹ ਨਹੀਂ ਕੀਤੀ। ਮੈਂ ਕਿਹਾ ਰੱਬ ਦਾ ਹੀ ਹੈ, ਕੋਈ ਗੱਲ ਨਹੀਂ। ਮੇਰਾ ਸੰਕਲਪ ਪੱਕਾ ਹੈ, ਮੈਨੂੰ ਭਰੋਸਾ ਪੱਕਾ ਹੈ। ਕਹਿੰਦੇ ਮੈਂ ਆਪਣੇ ਸੋਹਣੇ ਪਾਠ ਦੇ ਵਿੱਚ ਉਹ ਵਚਨ ਸੁਣਾ ਰਿਹਾ ਸੀ ਵੀ ਮੈਂ ਜੋ ਪੜ੍ਹਿਆ, ਜੋ ਸਿੱਖਿਆ ਏ, ਮੇਰਾ ਜੀਵਨ ਸੋਹਣਾ ਬਣਦਾ ਏ। ਨਵਦਾ ਭਗਤ ਇਹੀ ਗਤ ਦਾਈ, ਕਰ ਹੋ ਸਦੀਵ ਜਿਦੇ ਹਿਤ ਲਾਈ। ਰੱਬ ਦੇ ਪਿਆਰ ਵਿੱਚ ਭਿੱਜ ਕੇ ਉਹ ਸੱਜਣ ਤੇ ਫੁੱਲਵਾਰ ਨੇ, ਉਹਨੂੰ ਸਖਾਪਣ ਮਿੱਤਰ ਯਾਰ ਬਣਾ ਲੈਣਾ। ਪਿਤਾ ਜੀ ਇਹ 9 ਤਰ੍ਹਾਂ ਦੀ ਭਗਤੀ ਹੈ ਮੇਰੇ ਜੀਵਨ ਵਿੱਚ, 9 ਤਰ੍ਹਾਂ ਦੀ ਭਗਤੀ।
ਜਿਹਨੇ ਆਹ ਕਰ ਲਈ ਨਾ, ਉਹ ਰੱਬ ਉਹਦੇ ਪਿੱਛੇ ਪਿੱਛੇ ਫਿਰਦਾ। ਆਖੋ ਸਤਿਨਾਮ। ਕਹਿੰਦੇ ਪਿਤਾ ਮੇਰਾ, ਮੈਨੂੰ ਲੱਗੇ ਜਿਵੇਂ ਪਿਤਾ ਹੀ ਨਹੀਂ ਹੁੰਦਾ। ਉਹਦੀ ਪਕੜ ਢਿੱਲੀ ਹੋ ਗਈ। ਜਿਹਦੀ ਗੋਦ ਵਿੱਚ ਮੈਂ ਬੈਠਾ ਸੀ, ਉਹਨੇ ਹੱਥ ਪਿੱਛੇ ਹਟਾ ਲਏ। ਅਪਰ ਪਾਠ ਸਭ ਦੇਹੋ ਬਿਹਾਈ, ਜਿਨ ਤੇ ਕਾਰਜ ਸਰਨਾਰਾਈ। ਮੈਂ ਆਪਣੀ ਗੱਲ ਜਾਰੀ ਰੱਖੀ ਪਿਤਾ ਜੀ, ਬਾਕੀ ਪਾਠ ਸਭ ਬੇਕਾਰ ਨੇ, ਆਹੀ ਪਾਠ ਚੰਗਾ ਹੈ। ਉਹਨੇ ਕਿਹਾ ਸੀ ਨਾ ਸੋਹਣਾ ਪਾਠ ਸੁਣਾ। ਕਹਿੰਦੇ ਬਾਕੀਆਂ 'ਚ ਖੱਜਲ ਖਵਾਰੀ ਹੈ, ਦੁੱਖ ਹੈ, ਪਰੇਸ਼ਾਨੀ ਹੈ, ਮੋਹ ਹੈ। ਮੋਹ ਤੋਂ ਵੱਡਾ ਦੁੱਖ ਕਿਹੜਾ ਹੁੰਦਾ ਦੁਨੀਆ ਤੇ? ਇਹ ਤੋਂ ਵੱਡਾ ਦੁੱਖ ਹੀ ਨਹੀਂ ਕੋਈ ਸੰਸਾਰ ਤੇ। ਮੈਂ ਕਿਹਾ ਪਿਤਾ ਜੀ, ਮੋਹ ਛੱਡ ਕੇ ਨਾ ਪ੍ਰਭੂ ਦੇ ਪਿਆਰ 'ਚ ਜੁੜ ਜਾਓ, ਮਨੁੱਖਤਾ ਦਾ ਭਲਾ ਕਰੋ। ਰੱਬ ਨੇ ਤੁਹਾਨੂੰ ਤਿੰਨੇ ਲੋਕਾਂ ਦਾ ਰਾਜ ਦਿੱਤਾ, ਉਹਦੇ ਭਗਤ ਬਣੋ, ਉਹਦਾ ਸ਼ੁਕਰਾਨਾ ਕਰਿਆ ਕਰੋ। ਹਿਰਨ ਕਛਪ ਸੁਣ ਕੋਪ ਬੜਾਵਾ, ਨਿਜ ਦੰਤਨ ਸੋ ਆਦਰ ਚਬਾਵਾ। ਮੈਂ ਆਪਣੇ ਪਿਤਾ ਦੇ ਮੁਖ ਵੱਲ ਵੇਖਿਆ, ਗੋਦੀ 'ਚ ਬੈਠੇ ਆ। ਕਹਿੰਦੇ ਮੇਰਾ ਪਿਤਾ ਕਚੀਚੀਆਂ ਵੱਟਦਾ ਹੈ, ਜਿਹੜੇ ਹੱਥਾਂ ਨਾਲ ਉਹਨੇ ਮੈਨੂੰ ਘੁੱਟ ਕੇ ਗਲਵਕੜੀ ਪਾਈ ਉਹ ਛੱਡ ਦਿੱਤੇ, ਦੰਦਾਂ ਦੇ ਨਾਲ ਬੁੱਲ ਟੁੱਕਦਾ ਸੀ। ਕਹਿੰਦੇ ਰੱਬ ਦਾ ਨਾਮ ਸੁਣ ਕੇ ਇੰਨੀ ਜ਼ਹਿਰ ਚੜ੍ਹਦੀ ਸੀ। ਆਖੋ ਸਤਿਨਾਮ। ਮੈਨੂੰ ਅਹਿਸਾਸ ਹੋ ਗਿਆ ਵੀ ਮਿੱਤਰਾ, ਜਿਸ ਪਿਤਾ ਦੀ ਗੋਦ 'ਚ ਬੈਠਾ ਨਾ, ਇਹ 'ਚੋਂ ਧੱਕਿਆ ਜਾਏਗਾ। ਇਹ ਕੁਛ ਪਲ ਲਈ ਆ ਤੇਰੇ ਕੋਲੇ। ਜਿੱਥੇ ਤੈਨੂੰ ਪ੍ਰੇਮ ਕੀਤਾ ਜਾ ਰਿਹਾ ਹੈ, ਇੱਥੇ ਠੋਕਰਾਂ ਵੱਜਣ ਵਾਲੀਆਂ ਨੇ। ਸਰੋਨਤ ਸਰਸ ਲਾਲ ਪੀ ਨੈਣਾ, ਸ਼ੁਕਰ ਸੁਤਨ ਸੋ ਬੋਲਿਓ ਬੈਨਾ। ਪਿਤਾ ਮੇਰੇ ਨੇ ਗੁੱਸੇ ਵਿੱਚ ਆ ਕੇ ਮੈਨੂੰ ਆਪਣੀ ਗੋਦ 'ਚੋਂ ਚਲਾ ਕੇ ਮਾਰਿਆ। ਭਗਤ ਪ੍ਰਹਿਲਾਦ ਪਿਓ ਨੇ, ਅੱਖਾਂ ਲਾਲ, ਸਰੀਰ ਕੰਬਦਾ ਗੁੱਸੇ ਵਿੱਚ। ਕਹਿੰਦੇ ਸ਼ੁਕਰ, ਸ਼ੁਕਰ ਕਿਹਨੂੰ ਕਹਿੰਦੇ ਆ? ਰਾਖਸ਼ਾਂ ਦੇ ਗੁਰੂ ਨੂੰ। ਉਹਦੇ ਪੁੱਤਰ ਦਾ ਨਾਂ ਸੀ ਸੰਡਾਮਰਕਾ। ਰਾਖਸ਼ਾਂ ਦਾ ਗੁਰੂ ਹੈ ਨਾ ਜਿਹੜਾ, ਉਹਦਾ ਮੁੰਡਾ ਪੜਾਉਂਦਾ ਸੀ ਭਗਤ ਪ੍ਰਹਿਲਾਦ। ਉਹ ਟੀਚਰ ਸੀ ਉਹਨਾਂ ਦਾ। ਕਹਿੰਦੇ ਉਹਨਾਂ ਦੇ ਦੁਆਲੇ ਹੋ ਗਿਆ, ਗੁੱਸੇ 'ਚ ਕੰਬਦਾ ਹੈ, ਬੁੱਲ ਟੁੱਕਦਾ ਏ, ਪਸੀਨਾ ਸਰੀਰ ਨੂੰ ਆ ਗਿਆ। ਕਹਿੰਦਾ ਉਹ ਸੰਡਿਆ, ਇਹ ਕੀ ਕੀਤਾ? ਇਹ ਕੀ ਕਹਿਰ ਵਰਤਾਇਆ ਏ? ਤੁਮ ਮਤਹੀਨ ਪਛ ਬਿਬਲੀਨਾ, ਸੁਤੈ ਕੁਪਾਠ ਪੜਾਏ ਮਲੀਨਾ। ਓਏ ਮੰਦੀ ਮੱਤ ਵਾਲਿਓ, ਮੂਰਖ ਰਾਖਸ਼, ਪੁੱਤ ਮੇਰੇ ਨੂੰ ਮਾੜਾ ਪਾਠ ਪੜਾਇਆ। ਇਹ ਕੀ ਕੀਤਾ ਤੁਸੀਂ? ਕਹਿਰ ਕਮਾਇਆ। ਮਾਸੂਮ ਜਿਹਾ ਬੱਚਾ ਤੁਸੀਂ ਵਿਗਾੜ ਕੇ ਰੱਖ। ਮਾੜੀ ਸੁਰਤ ਸਿਖਾਈ, ਮਾੜੀ ਬਿਰਤ ਸਿਖਾਈ ਹੈ। ਕਹਿੰਦੇ ਉਹ ਹੱਥ ਜੋੜੀ ਖੜੇ ਆ। ਹੁਣ ਤੁਸੀਂ ਆਪ ਸੋਚੋ ਵੀ ਜੇ ਰਾਖਸ਼ ਭਗਤ ਪ੍ਰਹਿਲਾਦ ਦੇ ਟੀਚਰਾਂ ਦੀ ਕਲਾਸ ਲਾਉਣ ਲੱਗਾ ਤੇ ਫਿਰ ਉਹ ਟੀਚਰ ਕੀ ਛੱਡਣਗੇ ਜਾ ਕੇ? ਉਹ ਕੀ ਕਰਨਗੇ? ਕਸਟਡੀ ਤੇ ਉਹਨਾਂ ਕੋਲੇ ਆ ਨਾ। ਕਹਿੰਦੇ ਉਹ ਕੰਬਣ ਲੱਗ ਗਏ ਜੀ ਹਿਰਨ ਕਸ਼ਪ ਦੇ ਸਾਹਮਣੇ। ਬੋਲਣ ਨਾ ਪਿਤਾ ਮੇਰਾ, ਬੋਲਣ ਦਵੇ ਨਾ ਕੁਛ। ਕਹਿੰਦੇ ਆਹ ਕੀ ਪਾਪ ਕਮਾਇਆ ਏ? ਇਹ ਵਿਸ਼ਨੂੰ ਦੀ ਭਗਤੀ ਸੁਣਾਉਂਦਾ ਏ। ਮੋਰ ਨਰਾਦਰ ਕੀਨ ਭਾਗੇ, ਸ਼ਿਸ਼ਿਆ ਔਰ ਦੇਨ ਤੁਮ ਲਾਗੇ। ਮਾੜੀ ਸਿੱਖਿਆ ਮੇਰੇ ਪੁੱਤ ਨੂੰ ਸਿਖਾ ਕੇ ਤੁਸੀਂ ਮੇਰਾ ਨਰਾਦਰ ਕਰਦੇ ਹੋ। ਮੈਂ ਤੁਹਾਨੂੰ ਕਿਹਾ ਸੀ ਆਖੋ ਰੱਬ ਹਰਨਾਕਸ਼ ਹਰ ਥਾਂ ਤੇ ਹੈ, ਇਹ ਕਹਿੰਦਾ ਪਰਮਾਤਮਾ ਸਭ ਥਾਂ ਤੇ ਹੈ। ਇਹ ਤੇ ਮੇਰੀ ਇੱਜ਼ਤ ਖਤਮ ਆ ਨਾ। ਮੇਰਾ ਮੁੰਡਾ ਹੀ ਮੇਰੇ ਵਿਰੁੱਧ ਬੋਲੂ ਤੇ ਮੇਰਾ ਕੀ ਲੱਗਦਾ ਹੈ? ਆਹ ਬਿਰਤੀ ਸੀ ਉਹਦੀ, ਕੋਈ ਰਿਸ਼ਤਾ ਨਹੀਂ ਮੇਰਾ। ਕੀ ਸਿਖਾਇਆ ਤੁਸੀਂ ਇਹਨੂੰ? 5 ਸਾਲ ਦੀ ਉਮਰ, ਉਹਨੂੰ ਕੀ ਪਤਾ ਰੱਬ ਕੌਣ ਹੁੰਦਾ ਏ? ਤੁਸੀਂ ਪੁੱਠੀਆਂ ਪੱਟੀਆਂ ਪੜਾਉਂਦੇ ਹੋ। ਬੰਚਕ ਭੀਖ ਬਣਾਇਓ ਜਾਨਾ, ਛਪੈ ਨਹੀਂ ਮੈਂ ਆਜ ਲਖਾਨਾ। ਗੁੱਸੇ ਚ ਆ ਕੇ ਜ਼ਹਿਰ ਉਗਲਦਾ ਏ। ਕਹਿੰਦਾ ਤੁਸੀਂ ਠੱਗ ਹੋ। ਮੈਨੂੰ ਲੱਗਦਾ ਤੁਸੀਂ ਕੋਈ ਦੇਵਤੇ ਹੋ, ਰਾਖਸ਼ਾਂ ਦਾ ਰੂਪ ਧਾਰਨ ਕਰਕੇ ਸ਼ੁਕਰ ਦੇ ਪੁੱਤ ਬਣੇ ਫਿਰਦੇ ਹੋ। ਮੇਰਾ ਘਰ ਪੱਟਣ ਆਏ ਹੋ। ਆਖੋ ਸਤਿਨਾਮ। ਭਗਤ ਪ੍ਰਹਿਲਾਦ ਕਹਿੰਦੇ ਮੈਂ ਮਾਨੀ ਮਨ ਜਾਣ ਲਿਆ, ਮਨ ਆ ਜਾ ਇੱਥੇ ਵੀ ਠੋਕਰਾਂ ਵੱਜੀਆਂ ਤੇ ਜਿਹਨਾਂ ਲੈ ਕੇ ਜਾਣਾ ਉਹ ਪਤਾ ਨਹੀਂ ਕੀ ਕਰਨਗੇ। ਕਿਉਂਕਿ ਜਿਸ ਬੰਦੇ ਦੀ ਸਰਕਾਰੇ ਦਰਬਾਰੇ ਬੇਇੱਜ਼ਤੀ ਹੋਈ ਹੋਵੇ, ਜਿਹਦੇ ਕਰਕੇ ਹੋਈ, ਉਹਨੂੰ ਬਖਸ਼ੋ। ਸੰਡਾਮਰਕਾ ਮੈਂ ਆਪਣੇ ਉਸਤਾਦ, ਆਪਣੇ ਗੁਰੂ ਨੂੰ ਕੰਬਦਾ ਵੇਖਦਾ ਸੀ। ਹਰਨਾਕਸ਼ ਕਹਿੰਦਾ ਤੁਹਾਨੂੰ ਜਾਨੋਂ ਮਾਰ ਦਿਆਂਗਾ। ਅੱਜ ਆਖਰੀ ਮੌਕਾ ਦੇਣ ਲੱਗਿਆ। ਜੇ ਇਹਦੀ ਜ਼ੁਬਾਨ ਤੋਂ ਮੈਂ ਕਦੇ ਰੱਬ ਸੁਣਿਆ, ਨਿਰੰਕਾਰ ਸੁਣਿਆ, ਸ਼੍ਰੀ ਸੁਣਿਆ ਨਾ,
ਜਾਂ ਤੁਸੀਂ ਨਹੀਂ ਤੇ ਜਾਂ ਫਿਰ ਮੈਂ, ਲੈ ਜਾਓ ਇਹਨੂੰ ਇੱਥੋਂ। ਕਹਿੰਦੇ ਮੈਂ ਆਪਣੇ ਪਿਤਾ ਦੀਆਂ ਅੱਖਾਂ 'ਚ ਉਦਣ ਨਫ਼ਰਤ ਵੇਖੀ। ਉਹ ਮਨਾ ਮੇਰਿਆ, ਤੂੰ ਰੱਬ ਦੀ ਭਗਤੀ ਪ੍ਰੇਮ ਦੀਆਂ ਗੱਲਾਂ ਕਰਦਾ, ਇਹ ਤੇ ਸੜੇ ਪਏ ਨਫ਼ਰਤ ਵਿੱਚ, ਇਹ ਤੇ ਈਰਖਾ 'ਚ ਮੱਚੇ ਪਏ ਆ, ਤੇਰਾ ਕੀ ਸਵਾਰਨਗੇ। ਨਿਜ ਮਹਿ ਤੁਮ ਸੋ ਨੀਚ ਨ ਕੋਈ, ਜਿਨ ਕੀ ਬੁੱਧ ਬੇਪਰਜੈ ਹੋਈ। ਹਿਰਣਕਸ਼ਪ ਕਹਿੰਦਾ ਮੈਂ ਤੁਹਾਨੂੰ ਉੱਤਮ ਪੰਡਤ ਜਾਣ ਕੇ ਟੀਚਰ ਬਣਾਇਆ ਸੀ, ਉੱਤਮ ਪੰਡਤ ਜਾਣ ਕੇ, ਤੁਸੀਂ ਤੇ ਨੀਚ ਲੋਕ ਹੋ। ਅੱਜ ਆ ਗਈ ਸਮਝ ਵੀ ਦੇਵਤੇ ਤੇ ਰਾਖਸ਼ ਇੱਕੋ ਕੁੱਲ ਦੇ ਮਾਲਕ ਨੇ, ਇੱਕੋ ਹੀ ਨੇ ਸਾਰੇ, ਇੱਕੋ ਪਰਿਵਾਰ, ਜਿਵੇਂ ਸ਼ਰੀਕਾ ਹੋ ਜੇ ਅਲੱਗ ਅਲੱਗ, ਇੱਕ ਭਰਾ ਦੀ ਵੰਸ਼ ਇੱਧਰ ਹੈ, ਇੱਕ ਦੀ ਉੱਧਰ ਹੈ, ਇਦਾਂ ਹੀ ਨੇ। ਆਹ ਜਿਹੜੇ ਸੰਡਾ ਮਰਕਾ ਨੇ, ਸ਼ੁਕਰ ਦੇ ਪੁੱਤ ਨੇ, ਕੌਣ ਨੇ? ਇਹ ਪੰਡਤ ਨੇ। ਕਹਿੰਦਾ ਮੈਂ ਤੁਹਾਨੂੰ ਉੱਤਮ ਪੰਡਤ ਜਾਣ ਕੇ ਰੱਖਿਆ ਸੀ ਵੀ ਮੇਰੀ ਸਿਫਤ ਪੜਾਓ, ਤੁਸੀਂ ਹੋਰੇ ਕੁਝ ਕਰਨ ਲੱਗ ਗਏ। ਇਹ ਕਿਹੜੇ ਪੰਡਤ ਸੀ? ਵੇਦਾਂ ਦੀ ਵਿਰੋਧਤਾ ਕਰਦੇ। ਦੇਖੋ ਸਿੱਖਾਂ ਦੀ ਗੱਲ ਕਰ ਲਓ, ਕਿੰਨੇ ਤਰ੍ਹਾਂ ਦੇ ਸਿੱਖ ਨੇ। ਇੱਕ ਉਹ ਵੀ ਨੇ ਜਿਹੜੇ ਗੁਰਦੁਆਰਿਆਂ ਨੂੰ ਗਾਲਾਂ ਕੱਢੀ ਜਾਂਦੇ, ਕਹਿੰਦੇ ਗੁਰੂ ਹੀ ਨਹੀਂ ਕੋਈ, ਪੰਥ ਨਹੀਂ ਕੋਈ, ਧਰਮ ਨਹੀਂ ਕੋਈ। ਆਪਾਂ ਉਹਨਾਂ ਨੂੰ ਕੀ ਕਹਿੰਦੇ? ਸਿੱਖ ਕਹਿੰਦੇ ਆ ਨਾ। ਇੱਕ ਉਹ ਵੀ ਨੇ, ਉਹ ਕਹਿੰਦੇ ਸਤਿਗੁਰ ਬਾਝੋ ਗੁਰ ਨਹੀਂ ਕੋਈ, ਨੇ ਕੋਈ ਕਾ ਹੈ ਨਾ, ਹੈ ਤੇ ਸਿੱਖ ਹੀ ਆ ਸਾਰੇ। ਹੁਣ ਦੇਵਤੇ ਤਾਂ ਹੀ ਰਾਖਸ਼ ਵੀ ਹੈ। ਹਿਰਣਕਸ਼ਪ ਕਹਿੰਦਾ ਮੈਂ ਤੁਹਾਨੂੰ ਉੱਤਮ ਪੰਡਤ ਜਾਣ ਕੇ ਆਪਣੇ ਪੁੱਤ ਨੂੰ ਪੜ੍ਹਨੇ ਪਾਇਆ, ਓਏ ਤੁਸੀਂ ਇਹਨੂੰ ਵਿਗਾੜਤਾ। ਉਹ ਵਿਗੜਨਾ ਕਿਹਨੂੰ ਕਹਿੰਦਾ? ਰੱਬ ਦਾ ਨਾਮ ਜਪੋ। ਤੁਹਾਡੇ ਪਰਿਵਾਰਾਂ ਚੋਂ ਕਈਆਂ ਦੇ ਹੁੰਦਾ ਕੋਈ ਨਾਸਤਕ ਬੰਦਾ ਹੋਊਗਾ ਨਾ, ਤੁਸੀਂ ਗੁਰਦੁਆਰੇ ਆਉਂਗੇ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋਗੇ, ਕਹਿੰਦਾ ਇਹਨਾਂ ਨੂੰ ਟਿਕਾ ਹੀ ਨਹੀਂ, ਬਾਲਟੀਆਂ ਖੜਕਾਉਂਦੇ ਫਿਰਦੇ, 10 ਗੁਰਦੁਆਰੇ ਕੀ ਅੰਬ ਰੱਖੇ, ਉੱਥੇ ਤੁਰੇ ਰਹਿੰਦੇ ਆ। ਇਹ ਬਿਰਤੀ ਕਿਹਦੀ ਹੈ? ਰਾਖਸ਼ ਬੰਦੇ ਦੀ। ਜਿਹਨੂੰ ਰੱਬ ਨਹੀਂ ਪਿਆਰਾ, ਰੱਬ ਦੇ ਪਿਆਰੇ ਚੰਗੇ ਨਹੀਂ ਲੱਗਦੇ, ਨਾ ਪਾਠ ਚੰਗਾ ਲੱਗੇ, ਨਾ ਪੂਜਾ ਚੰਗੀ ਲੱਗੇ, ਨਾ ਬੰਦਗੀ ਚੰਗੀ ਲੱਗੇ, ਕਿਉਂਕਿ ਅੰਦਰ ਬਿਰਤੀ ਹਉਮੈ ਦੀ ਹੈ। ਰਾਖਸ਼ ਪਿਤਾ ਮੇਰੇ ਨੇ। ਹੁਣ ਉਸ ਦਿਨ ਤੋਂ ਬਾਅਦ ਪਿਤਾ ਸ਼ਬਦ ਵਰਤਣਾ ਛੱਡ ਦਿੱਤਾ ਸੀ ਪ੍ਰਹਿਲਾਦ ਨੇ। ਉਹ ਕਹਿੰਦੇ ਸੀ ਮੇਰਾ ਪਿਤਾ ਇੱਕੋ ਹੀ ਹੈ, ਇੱਕ ਪਿਤਾ ਇੱਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਉਹ ਵਾਹਿਗੁਰੂ ਨੂੰ ਪਿਤਾ ਮੰਨਣ ਲੱਗ ਪਏ। ਕਹਿੰਦੇ ਤੇ ਮੇਰੇ ਲਈ ਰਾਖਸ਼ ਬਣ ਗਿਆ। ਜਿਸ ਪਿਤਾ ਨੇ ਮੈਨੂੰ ਜਨਮ ਦਿੱਤਾ, ਜਿਹਦੇ ਤੋਂ ਮੈਨੂੰ ਉਮੀਦਾਂ ਸੀ ਮੇਰੀ ਸੁਰੱਖਿਆ ਕਰੇਗਾ, ਉਹੀ ਮੈਨੂੰ ਮਾਰਨ ਤੇ ਤੁਲ ਪਿਆ। ਠੰਡੇ ਮਰ ਕੇ ਬਚਨ ਸਰੋਸਾ, ਸੁਣ ਕਰ ਬੋਲੇ ਹਮ ਨਹਿ ਦੋਸ਼ਾ। ਸੰਡਾ ਮਰਕਾ ਗੁੱਸੇ ਵਿੱਚ ਆਇਆ ਪਰ ਕਰ ਕੁਝ ਨਹੀਂ ਸੀ ਸਕਦੇ। ਮੇਰੇ ਵੱਲ ਵੇਖ, ਪਿਤਾ ਮੇਰੇ ਨੂੰ ਹੱਥ ਜੋੜ ਕੇ ਕਹਿਣ ਲੱਗੇ ਸਾਡਾ ਕੋਈ ਕਸੂਰ ਨਹੀਂ, ਦੋਸ਼ ਨਹੀਂ ਸਾਡਾ ਕੋਈ। ਐ ਰਾਜਨ, ਤੇਰਾ ਪੁੱਤ ਜਿਹੜੀ ਵਿਦਿਆ ਪੜ੍ਹ ਕੇ ਸੁਣਾਉਂਦਾ ਹੈ ਤੇ ਅਸੀਂ ਪੜ੍ਹਾਈ ਕਦੇ ਨਹੀਂ। ਆਖੋ ਸਤਿਨਾਮ। ਅਸੀਂ ਤੇ ਉਹੀ ਪੜ੍ਹਾਇਆ ਜੋ ਤੁਸੀਂ ਕਿਹਾ, ਜੋ ਤੁਸੀਂ ਸਮਝਾਇਆ ਉਹੀ ਦੱਸਿਆ ਇਹਨੂੰ। ਇਹ ਪਤਾ ਨਹੀਂ ਪੱਟੀ ਕਿਹਦੀ ਪੜ੍ਹਦਾ ਹੈ, ਕੌਣ ਇਹਨੂੰ ਪਾਠ ਪੜਾਉਂਦਾ ਏ। ਅਸ ਪ੍ਰਕਾਰ ਕੋ ਹਮ ਨ ਪੜਾਵਾ, ਅਪਰਨ ਕੋ ਆਨ ਸਿਖਾਵਾ। ਜਦੋਂ ਹਰਨਾਕਸ਼ ਨੇ ਗੱਲ ਸੁਣੀ, ਕਹਿੰਦਾ ਫਿਰ ਜੇ ਤੁਸੀਂ ਨਹੀਂ ਪੜਾਉਂਦੇ ਕੌਣ ਪੜਾ ਗਿਆ? ਤੁਹਾਡੇ ਘਰ ਕੌਣ ਆਇਆ ਪੜਾਉਣ ਵਾਸਤੇ? ਸੰਡੇ ਮਰਕੇ ਨੂੰ ਫਿਕਰ ਪੈ ਗਿਆ ਵੀ ਜਦੋਂ ਸਾਡੇ ਘਰ ਕੋਈ ਨਹੀਂ ਆਇਆ, ਹਨੇਰੇ 'ਚ ਬੰਦ ਕਰਕੇ ਰੱਖਦੇ ਆ, ਸਿੱਖਿਆ ਕਿੱਥੋਂ ਲੈ ਕੇ ਆਇਆ? ਕਹਿੰਦੇ ਜੀ ਸਾਡੇ ਘਰ ਇਹਨੂੰ ਪੜਾਉਣ ਵੀ ਕੋਈ ਨਹੀਂ ਹੋਗਾ। ਹਰਨਾਕਸ਼ ਕਹਿੰਦਾ ਹੀ ਨਹੀਂ ਹੋ ਸਕਦਾ, ਕੋਈ ਤੇ ਹੈ ਜਿਹਨੇ ਮੇਰਾ ਪੁੱਤ ਵਿਗਾੜਿਆ ਏ। ਸਹਿਜ ਸੁਭਾਇਕ ਤਵ ਸੁਤ ਐਸੀ, ਲੀਨੀ ਕਮਤ ਬਖਤ ਅਬ ਜੈਸੇ। ਸੰਡਾ ਮਰਕਾ ਟੀਚਰ ਹੈ, ਰੋ ਕੇ ਹੱਥ ਜੋੜ ਕੇ ਕਹਿੰਦਾ ਜੀ ਇਹ ਮੇਰੀ ਸਿੱਖਿਆ ਨਹੀਂ, ਤੁਹਾਡਾ ਪੁੱਤ ਨਾ ਕੋਈ ਮਾੜੀ ਸਿੱਖਿਆ ਪਤਾ ਨਹੀਂ ਪਿਛਲੇ ਜਨਮ ਚੋਂ ਪੜ੍ਹ ਕੇ ਆਇਆ ਹੋਣਾ। ਹਰਨਾਕਸ਼ ਕਹਿੰਦਾ ਏਡਾ ਚਲਾਕ ਨਾ ਬਣ ਤੂੰ, ਇਹਨੂੰ ਪਿਛਲੇ ਜਨਮ ਦਾ ਕੀ ਪਤਾ ਏ? ਇਹ ਪੜਿਆ ਤੇਰੇ ਕੋਲੇ ਹੈ, ਰਹਿੰਦਾ ਤੇਰੇ ਘਰ ਹੈ। ਜਦ ਪਹਿਲਾਂ ਮੇਰੇ ਕੋਲ ਪੜਦਾ ਸੀ ਉਦੋਂ ਤੇ ਇੰਨੀਆਂ ਗੱਲਾਂ ਨਹੀਂ ਸੀ ਕਰਦਾ, ਹੁਣ ਤੇ ਰੱਬ ਦਾ ਪੁਜਾਰੀ ਜ਼ਿਆਦਾ ਹੀ ਬਣਿਆ ਹੋਇਆ। ਇਹ ਤੇ 9 ਤਰ੍ਹਾਂ ਦੀ ਭਗਤੀ ਦੱਸਦਾ ਵਿਸ਼ਨੂੰ ਦੀ। ਰੱਬ ਦੀ ਭਗਤੀ ਏਦਾਂ ਕੀਤੀ ਜਾਂਦੀ ਹੈ। ਕਹਿੰਦਾ ਦਾਲ ਵਿੱਚ ਕੁਝ ਕਾਲਾ ਏ, ਤੇਰੇ ਘਰ ਕੋਈ ਦੇਵੀ ਦੇਵਤਾ ਜ਼ਰੂਰ ਫਕੀਰ ਬਣ ਕੇ ਆਉਂਦਾ ਜੋ ਮੇਰੇ ਪੁੱਤ ਨੂੰ ਐਸੀ ਸਿੱਖਿਆ ਦਿੰਦਾ ਏ। ਪਰ ਰੋਖ ਬਾਦ ਕਿਮ ਕੀਨੋ, ਨਿਜ ਸੁਤ ਦੋਖ ਹਿਰਦੇ ਤੁਮ ਚੀਨੋ। ਆਖਰਕਾਰ ਸੰਡੇ ਮਰਕੇ ਨੇ ਸਪਸ਼ਟ ਕਹਿ ਦਿੱਤਾ ਜੀ ਸਾਡਾ ਕੋਈ ਕਸੂਰ ਨਹੀਂ, ਜਿਹੜੀ ਮਰਜ਼ੀ ਸਜ਼ਾ ਦੇ ਦਿਓ, ਇਹ ਤੁਹਾਡੇ ਪੁੱਤ ਦੀ ਕਰਤੂਤ ਹੈ, ਕਸੂਰ ਇਹਦਾ ਏ, ਇਹਦੇ ਗੁਨਾਹ ਅਸੀਂ ਨਹੀਂ ਭੁਗਤ ਸਕਦੇ।
ਪ੍ਰਹਿਲਾਦ ਕਹਿੰਦੀ ਮੈਂ ਵੇਖਾਂ ਪਿਤਾ ਵੀ ਰਾਖਸ਼, ਗੁਰੂ ਵੀ ਰਾਖਸ਼ ਬਿਰਤੀ ਵਾਲੇ, ਜਿਨ੍ਹਾਂ ਨੂੰ ਇੱਕ ਮਾਸੂਮ ਤੇ ਕੋਈ ਤਰਸ ਹੀ ਨਹੀਂ ਸੀ, ਉਹਨਾਂ ਵੀ ਮੈਨੂੰ ਬੁਰੇ ਬਣਾਤਾ, ਪਿਤਾ ਵੀ ਬੁਰੇ ਬਣਾ ਗਿਆ। ਪਰ ਕਹਿੰਦੇ ਮੈਨੂੰ ਕੋਈ ਫਰਕ ਨਹੀਂ ਪਿਆ, ਜਦ ਮੈਨੂੰ ਆਪਣਿਆਂ ਦੀ ਲੋੜ ਸੀ ਹੋਈ ਉਦੋਂ ਮੈਨੂੰ ਆਪਣੇ ਹੀ ਠੋਕਰਾਂ ਮਾਰਦੇ ਰਹੇ। ਆਖੋ ਸਤਿਨਾਮ। ਬਸ ਮੇਰਾ ਇੱਕ ਨਿਰੰਕਾਰ ਮੇਰੇ ਨਾਲ ਸੀ। ਨਾਰਦ ਮੁਨੀ ਉਸ ਸਭਾ ਦੇ ਵਿੱਚ ਵੀ ਮੈਨੂੰ ਕਹਿੰਦੇ ਸੀ ਪੁੱਤਰਾ ਡੋਲੀ ਨਾ, ਤੇਰੇ ਨਾਲ ਹਾਂ ਮੈਂ। ਹਿਰਨ ਕਛਪ ਮੁਝ ਔਰ ਨਿਹਾਰ, ਮੁਖ ਸੋ ਐਸੇ ਬਚਨ ਉਚਾਰ। ਪਿਤਾ ਮੇਰੇ ਨੇ ਬੜੇ ਗੁੱਸੇ ਵਿੱਚ ਆ ਕੇ ਅੱਖਾਂ ਲਾਲ ਕਰਕੇ ਭਰ ਕੇ ਮੈਨੂੰ ਵੇਖ ਕੇ ਧਮਕੀ ਦਿੱਤੀ, ਦਾਬਾ ਮਾਰਿਆ, ਕੋਲ ਬੁਲਾਇਆ, ਕਹਿੰਦਾ ਇੱਧਰ ਆ ਓਏ। ਕਹਿੰਦੇ ਜੀ ਮੇਰਾ ਕੀ ਕਸੂਰ ਸੀ ਰਾਖਸ਼ਾਂ ਦੀ ਸਭਾ। ਮੈਂ ਪਿਤਾ ਕੋਲੇ ਆਇਆ, ਹੱਥ ਜੋੜ ਕੇ ਖੜ ਗਿਆ, ਬੜੇ ਗੁੱਸੇ ਵਿੱਚ ਆ ਕੇ ਮੈਨੂੰ ਬੋਲਣ ਲੱਗੇ ਨੇ, ਹੇ ਸੁਤ ਗੁਰ ਨਹਿ ਤੋਹੇ ਪੜਾਈ, ਕੇ ਖੋਟੀ ਮਤ ਦੀਨ ਸਿਖਾਈ। ਅੱਖਾਂ ਨਾਲ ਘੂਰਨ ਤੋਂ ਬਾਅਦ ਉਹਨੇ ਇੱਕਦਮ ਤੇਵਰ ਬਦਲੇ, ਮਿੱਠਾ ਜਾ ਕੇ ਮੇਰਾ ਹੱਥ ਫੜ ਕੇ ਕਹਿੰਦਾ ਹੇ ਮੇਰੇ ਪਿਆਰੇ ਪੁੱਤਰ, ਜਰਾ ਮੈਨੂੰ ਇਹ ਦੱਸ ਵੀ ਤੈਨੂੰ ਇਹ ਮਾੜੀ ਵਿਦਿਆ ਕਿਹਨੇ ਪੜਾਈ ਹੈ? ਰਾਖਸ਼ ਬੰਦੇ ਦੀ ਇਹ ਨਿਸ਼ਾਨੀ ਹੈ, ਉਹ ਆਪਣਾ ਮਤਲਬ ਕੱਢਣ ਵਾਸਤੇ ਕਦੇ ਵੀ ਮਿੱਠਾ ਬੋਲ ਸਕਦਾ ਹੈ। ਹੰਕਾਰੀ ਬੰਦੇ ਦੀ ਪਛਾਣ ਹੈ। ਰੱਬ ਨੂੰ ਗਾਲਾਂ ਕੱਢਣ ਵਾਲਾ ਵੀ ਹੋਵੇ ਉਹ ਵੀ ਗੁਰਦੁਆਰੇ ਬਹਿ ਕੇ ਪਾਠ ਕਰੂਗਾ, ਮੰਦਰ ਮਸਜਿਦ ਨੂੰ ਮਾੜਾ ਕਹਿਣ ਵਾਲਾ ਉੱਥੇ ਜਾ ਕੇ ਸਜਦੇ ਵੀ ਕਰੂਗਾ, ਪਰ ਅੰਦਰ ਜ਼ਹਿਰ ਹੈ, ਅੰਦਰ ਨਫ਼ਰਤ ਹੈ। ਹਰਨਾਕਸ਼ ਮੈਨੂੰ ਕਹਿਣ ਲੱਗਿਆ ਪਿਤਾ ਮੇਰਾ ਪੁੱਤਰ, ਕਹਿੰਦੇ ਉਹਦੇ ਜ਼ੁਬਾਨ ਤੇ ਮਿੱਠੇ ਸ਼ਬਦ ਸੀ ਪਰ ਉਹਨਾਂ ਸ਼ਬਦਾਂ ਦੀ ਮੈਂ ਜ਼ਹਿਰ ਚੰਗੀ ਤਰ੍ਹਾਂ ਜਾਣਦਾ ਸੀ। ਤੈਨੂੰ ਕਿਹਨੇ ਪੜਾਈ ਵਿਦਿਆ? ਤੂੰ ਪਿਆਰ ਨਾਲ ਦੱਸ ਮੈਨੂੰ, ਤੈਨੂੰ ਕੌਣ ਵਿਗਾੜਦਾ ਏ? ਹੁਣ ਮੈਂ ਪਿਤ ਸੋ ਬਚਨ ਬਖਾਨਾ, ਤਜੋ ਤਾਤ ਸੰਤਾਪ ਮਹਾਨਾ। ਮੈਂ ਆਪਣੇ ਪਿਤਾ ਨੂੰ ਇੱਕੋ ਗੱਲ ਆਖੀ, ਬਾਪੂ ਕਿਹੜੇ ਸੰਤਾਪ 'ਚ ਫਿਰਦਾ ਹੈ, ਕਿਉਂ ਤੜਫਦਾ ਫਿਰਦਾ ਏ? ਕੋਈ ਲੋਕਾਂ ਨੂੰ ਪੁੱਤ ਨਹੀਂ ਮਿਲਦੇ, ਤੈਨੂੰ ਰੱਬ ਨੇ ਪੁੱਤ ਦਿੱਤਾ, ਤੂੰ ਧੱਕੇ ਮਾਰਦਾ ਹੈ। ਉਹ ਦੁਨੀਆ ਤਰਸਦੀ ਫਿਰਦੀ ਆ, ਉਹਨਾਂ ਦਾ ਬੱਚਾ ਕੋਈ ਧਰਮ ਦੀ ਗੱਲ ਕਰੇ, ਧਰਮ ਨੂੰ ਸੁਣੇ, ਬਾਪੂ ਤੂੰ ਮੈਨੂੰ ਮਿਹਣੇ ਮਾਰਦਾ ਹੈ। ਪਰ ਉਹ ਕਹਿੰਦਾ ਪੁੱਤ ਤੈਨੂੰ ਮਾੜੀ ਗੱਲ ਕਿਹਨੇ ਸਿਖਾਈ ਦੱਸੋ? ਉਹ ਰੱਬ ਦੀ ਬੰਦਗੀ ਨੂੰ ਮਾੜੀਆਂ ਗੱਲਾਂ ਦੱਸਦੇ ਸੀ, ਵਿਹਲੀਆਂ ਗੱਲਾਂ ਦੱਸਦੇ ਸੀ। ਮੈਨੂੰ ਪਤਾ ਸੀ ਵੀ ਇਹ ਬੜੀ ਚਲਾਕੀ ਨਾਲ ਮੇਰੇ ਮੂੰਹ ਤੋਂ ਕਹਾਉਣਾ ਚਾਹੁੰਦਾ ਹੈ, ਇਹੀ ਕਹਿਣਾ ਚਾਹੁੰਦਾ ਛੱਡ ਦੇ ਵਿਸ਼ਨੂੰ ਨੂੰ, ਛੱਡ ਦੇ ਰੱਬ ਨੂੰ, ਇੱਥੇ ਰੱਬ ਰੂਪ ਕੋਈ ਹੁੰਦਾ ਨਹੀਂ। ਵਿਖੇ ਵਾਸ਼ਨਾ ਬਸ ਨਰ ਜੋ, ਦਈ ਸਮਤ ਨਰ ਮਾਨਤ ਸੋ। ਮੈਂ ਇੱਕੋ ਗੱਲ ਆਖੀ ਪਿਤਾ ਜੀ, ਇਹ ਤੇਰਾ ਕਸੂਰ ਨਹੀਂ, ਤੇਰੀ ਮਤ ਹੀ ਹੰਕਾਰ ਨਾਲ ਭਰੀ, ਤੂੰ ਮੇਰੀ ਕਿੱਥੇ ਸੁਣੇਗਾ? ਸਤਿਨਾਮ। ਕਹਿੰਦੀ ਉਹਨੂੰ ਹੋਰ ਗੁੱਸਾ ਆਵੇ ਵੀ ਕੱਲ ਦਾ ਜਵਾਕ ਮੈਨੂੰ ਸਮਝਾਉਂਦਾ ਹੈ। ਇਹ ਸਪਸ਼ਟ ਹੈ ਬੰਦੇ ਦਾ ਹੰਕਾਰ। ਅਗਲਾ ਕਹਿੰਦਾ ਕੱਲ ਦਾ ਜਵਾਕ ਮੈਨੂੰ ਕੀ ਸਮਝਾ ਸਕਦਾ, ਇਹਨੂੰ ਕੀ ਪਤਾ ਹੈ, ਇੰਨੀ ਤੇ ਮੇਰੀ ਸਰਵਿਸ ਹੈ ਜਿੰਨੀ ਇਹਦੀ ਉਮਰ ਹੈ। ਬੰਦਾ ਇੱਦਾਂ ਹੁੰਦਾ ਹੈ। ਜਦੋਂ ਭਗਤ ਪ੍ਰਹਿਲਾਦ ਜੀ ਕਹਿੰਦੇ ਮੈਂ ਆਪਣੇ ਪਿਤਾ ਨੂੰ ਇਹ ਬਚਨ ਆਖੇ, ਪਿਤਾ ਅਕਾਰਨ ਬੇਵਜ੍ਹਾ ਦੁਖੀ ਹੋ ਰਿਹਾ, ਤੂੰ ਬੇਵਜ੍ਹਾ ਕੁਛ ਨਹੀਂ ਵੈਰ ਪਾਈ ਫਿਰਦਾ, ਮੈਂ ਤੇਰਾ ਕੀ ਵਿਗਾੜਿਆ? ਤੂੰ ਮੇਰੇ ਨਾਲ ਕੁੱਟਮਾਰ ਕਰਦਾ ਜੀ, ਸਦਕੇ ਕਰ, ਪਰ ਰੱਬ ਨੂੰ ਤੇ ਮੰਦਾ ਬੋਲਣਾ। ਕੋਟ ਭਾਂਤ ਸਮਝਾਏ ਜੇਤਾ ਸੋ, ਬੇਮੁਖ ਹਿਰਦੇ ਨਾ ਆਨਹਿ ਕਾਸੂ। ਮੈਂ ਆਖਰੀ ਕੋਸ਼ਿਸ਼ ਵੀ ਕੀਤੀ ਸਮਝਾਉਣ ਦੀ ਵੀ ਚਲੋ ਜੇ ਇਹਨੂੰ ਮਾੜੀ ਮੋਟੀ ਰੱਬ ਬਾਰੇ ਕੋਈ ਸਮਝ ਆ ਜੇ, ਕਿਉਂ ਆਪਣਾ ਭੱਠਾ ਗੁੱਲ ਕਰਾਉਣ ਨੂੰ ਫਿਰਦਾ ਹੈ। ਪਰ ਕਹਿੰਦੀ ਤੇ ਮਨਮੁਖ ਸੀ, ਉਹ ਰਾਖਸ਼ ਸੀ, ਉਹ ਸਿਰਫ ਸੁਣਾਉਣਾ ਜਾਣਦਾ ਸੀ, ਸੁਣਨ ਦੀ ਆਦਤ ਕੋਈ ਨਹੀਂ। ਮਾਨਸ ਸਰੋਵਰ ਬਾਸ ਸੁਖਾਰ, ਕਰਨੋ ਮੁਕਤਾ ਕੇਰ ਆਹਾਰ। ਆਖਰਕਾਰ ਮੈਂ ਉਸ ਵਾਹਿਗੁਰੂ ਦਾ ਪ੍ਰਮਾਤਮਾ ਦਾ ਨਾਮ ਲੈ ਕੇ ਭਰੀ ਸਭਾ 'ਚ ਉੱਚਾ ਬੋਲਿਆ। ਭਗਤ ਪ੍ਰਹਿਲਾਦ ਕਹਿ ਰਹੇ ਪਿਓ ਦੀ ਸਭਾ 'ਚ ਵੀ ਅਜਾ ਹਾਲ ਹੋ ਗਿਆ। ਮੈਂ ਕਿਹਾ ਪਿਤਾ ਮਾਨ ਸਰੋਵਰ ਝੀਲ ਪਾਣੀ ਨਾਲ ਭਰੀ ਹੈ, ਧਾਰਮਿਕ ਗ੍ਰੰਥ ਕਹਿੰਦੇ ਆ ਉਸ ਸਰੋਵਰ ਦੇ ਵਿੱਚ ਹੰਸ ਵਸਦੇ ਆ। ਬਾਣੀ ਨੇ ਜ਼ਿਕਰ ਕੀਤਾ ਮਾਨ ਸਰੋਵਰ ਦੇ ਵਿੱਚ ਹੰਸਾਂ ਦਾ ਵਸ ਹੈ, ਪਰ ਕਹਿੰਦੇ ਉਹ ਹੰਸਾਂ ਹੀਰਾ ਮੋਤੀ ਚੁਗਣਾ।
ਉਹਨਾਂ ਦਾ ਖਾਣਾ ਹੈ ਹੀਰੇ ਚੁਗਣੇ, ਮੋਤੀ ਚੁਗਣੇ। ਕਹਿੰਦੇ ਮੈਂ ਕਿਹਾ ਪਿਤਾ ਹੰਸ ਹੰਸ ਹੁੰਦਾ ਏ, ਉਹ ਭਾਵੇਂ ਮਾਨ ਸਰੋਵਰ ਤੇ ਰਵੇ ਤੇ ਭਾਵੇਂ ਕਿਸੇ ਨਦੀ ਤੇ ਰਵੇ, ਕਿਉਂਕਿ ਉਹਨੇ ਮਾਨ ਸਰੋਵਰ ਵਿੱਚੋਂ ਗੁਣ ਲੈ ਲਿਆ, ਜੀਵਨ ਕਰਕੇ ਸ਼ੁੱਧ ਹੈ। ਵਾਇਸ ਸੀਖ ਨ ਮਨ ਹੈ ਕਬਹੀ, ਜੇ ਉਤਮ ਗੁਣ ਹੋਵੇ ਸਭ ਹੀ। ਮੈਂ ਇੱਕੋ ਗੱਲ ਕਹਿਤੀ ਜਿਹੜੀ ਉਹਨਾਂ ਨੂੰ ਨਾਗਵਾਰ ਹੋ ਗੁਜ਼ਰੀ। ਮੈਂ ਹੰਸ ਹਾਂ, ਰੱਬ ਮੇਰਾ ਮਾਨ ਸਰੋਵਰ ਹੈ। ਜੇ ਕੋਈ ਕਾਂ ਕਿਸੇ ਹੰਸ ਨੂੰ ਆ ਕੇ ਦੱਸੇ ਵੀ ਤੂੰ ਮਾਨ ਸਰੋਵਰ ਛੱਡ, ਕਾਂ 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 ਰੌਲੀ ਪਾਇਆ ਕਰ, ਸਾਡੇ ਨਾਲ ਚੱਲਿਆ ਕਰ, ਮੌਜਾਂ ਬੜੀਆਂ। ਬਾਪੂ ਹੰਸ ਕਦੇ ਕਾਵਾਂ ਦੀ ਨਹੀਂ ਮੰਨਦੇ, ਆਖੋ ਸਤਿਨਾਮ। ਉਹ ਹੰਸ ਹੀ ਵੱਖਰੇ ਨੇ ਕਿਉਂਕਿ ਗੁਣ ਨੇ ਉਹਨਾਂ ਕੋਲੇ। ਪਿਤਾ ਮੇਰੇ ਨੂੰ ਚੜ ਗੁੱਸਾ ਗਿਆ ਵੀ ਸਾਨੂੰ ਕਾਂ ਦੱਸਦਾ, ਬਹਾਨਾ ਫੜ ਲਿਆ ਉਹਨੇ। ਮਨਮੁਖ ਬੰਦਾ ਤੇ ਬਹਾਨਾ ਲੱਭਦਾ, ਹਾਂ ਹਾਂ ਤੂੰ ਏਦਾਂ ਬੋਲਿਆ ਕਿਉਂ, ਕਿਹਾ ਕਿਉਂ, ਕਿਉਂਕਿ ਉਹਦੇ ਕੋਲੇ ਤੋਂ ਵੱਧ ਹੁੰਦਾ ਹੀ ਕੁਛ ਨਹੀਂ। ਮੈਂ ਤੇ ਇੱਕ ਉਦਾਹਰਨ ਦਿੱਤੀ ਉਹਨਾਂ ਨੂੰ ਵੀ ਕਾਂ ਕੇ ਮੱਤ ਦਵੇ ਹੰਸ ਨੂੰ ਵੀ ਛੱਡ ਮਾਨ ਸਰੋਵਰ, ਯਾਰ ਭੁੱਖਾ ਮਰਦਾ ਇੱਥੇ ਕੀ ਹੈ, ਚੱਲ ਆਪਾਂ ਮਾਸ ਖਾਵਾਂਗੇ, ਆਪਾਂ ਉਡਾਰੀਆਂ ਭਰਾਂਗੇ, ਲੋਕਾਂ ਦੀਆਂ ਰੋਟੀਆਂ ਖਵਾਵਾਂਗੇ। ਕਹਿੰਦੇ ਮਾਨ ਸਰੋਵਰ ਦਾ ਹੰਸ ਕਦੇ ਆਪਣਾ ਗੁਣ ਨਹੀਂ ਤਿਆਗਦਾ, ਪਰ ਛੱਡਦਾ ਕਾਂ ਵੀ ਨਹੀਂ। ਕਾਂ ਨੂੰ ਲੱਖ ਮਠਿਆਈਆਂ ਪਾ ਦਿਓ, ਬੈਠੂ ਗੰਦਗੀ ਤੇ, ਲੱਖ ਚੰਗੀਆਂ ਚੰਗੀਆਂ ਥਾਵਾਂ ਦੇ ਦਿਓ, ਉਹਨੇ ਤੁਹਾਡੇ ਚਿੱਟੇ ਚਿੱਟੇ ਕੱਪੜਿਆਂ ਤੇ ਆ ਕੇ ਗੰਦੇ ਪੈਰ ਲੈ ਕੇ ਬਹਿ ਜਾਣਾ। ਆਦਤ ਆ ਉਹਦੀ ਤੇ ਬੈਠਾ ਬੈਠ ਕਰ ਜੂਗਾ, ਸਾਫ ਥਾਂ ਵੇਖੀ ਬੈਠ ਕਰ ਜਾਣੀ। ਇਹ ਉਹਦੀ ਗੰਦੀ ਆਦਤ ਹੈ ਕਾਂ ਦੀ। ਮੈਂ ਆਪਣੇ ਪਿਤਾ ਨੂੰ ਸਮਝਾਇਆ, ਪਿਤਾ ਹੰਸਾਂ ਦੇ ਕਿਹਾ ਕਾਂ ਨਹੀਂ ਬਦਲਦੇ ਤੇ ਕਾਵਾਂ ਦੇ ਕਿਹਾ ਕਦੇ ਹੰਸ ਬਦਲਦੇ ਹੁੰਦੇ ਨਹੀਂ। ਤਾਂ ਕੀ ਰਤ ਦੁਰਗੰਧ ਹੈ ਮਾਹੀ, ਤਿਉ ਸਠ ਭਗਤ ਸੀਖ ਲੈ ਨਾਹੀ। ਜਿੱਥੇ ਹੰਸਾਂ ਵਿੱਚ ਗੁਣਾ ਵੀ ਉਹ ਮਾਨ ਸਰੋਵਰ ਨਹੀਂ ਛੱਡਦੇ, ਕਹਿੰਦੇ ਕਾਵਾਂ ਵਿੱਚ ਇੱਕ ਔਗਣ ਬਹੁਤ ਵੱਡਾ ਹੈ। ਹੰਸ ਨੂੰ ਲੱਖ ਸਮਝਾਉਣ ਵੀ ਛੱਡ, ਕਾਂ ਰੌਲੀ ਪਾਈ ਐ ਇੱਥੇ ਗੰਦਗੀ ਚ ਚੁੰਝਾਂ ਠੁੰਡਾ ਮਾਰਦਾ ਫਿਰਦਾ, ਆ ਮਾਨ ਸਰੋਵਰ ਤੇ ਤੈਨੂੰ ਹੰਸ ਬਣਾ ਦੇਾਂਗੇ, ਚਿੱਟਾ ਹੋ ਜਾਏਗਾ। ਉਹ ਕਹਿੰਦਾ ਨਾ, ਜਿਹੜਾ ਆਨੰਦ ਮੈਨੂੰ ਜ਼ਖਮਾਂ ਤੇ ਚੁੰਝਾਂ ਮਾਰ ਕੇ ਆਉਂਦਾ ਹੈ, ਗੰਦਗੀ ਖਾਣ ਦਾ ਆਉਂਦਾ, ਤੁਹਾਡੇ ਕੋਲ ਕਿੱਥੇ ਹੈ। ਪਿਤਾ ਜੀ ਹੰਸਾਂ ਦੀ ਗੱਲ ਮੰਨ ਕੇ ਵੀ ਕਾਵਾਂ ਨੇ ਕਾਂ ਰੌਲੀ ਪਾਉਣੀ ਹੁੰਦੀ ਹੈ, ਉਹ ਸੁਣਦੇ ਨਹੀਂ ਕਿਸੇ ਦੀ ਹੁੰਦੇ। ਉਹਨਾਂ ਨੇ ਜੋ ਕਰਨਾ ਉਹਨਾਂ ਦੀ ਪ੍ਰੀਤ ਗੰਦਗੀ ਨਾਲ ਹੈ, ਭਾਵ ਰਾਖਸ਼ਾਂ ਦੀ। ਵੀ ਰਾਖਸ਼ਾਂ ਦੇ ਕੋਲੇ ਕੋਈ ਰੱਬ ਦੇ ਗੁਣਾਂ ਦੀ ਗੱਲ ਕਰੇ, ਮਾਨ ਸਰੋਵਰ ਦੀ ਗੱਲ ਕਰੇ, ਕਾਵਾਂ ਨੇ ਕੀ ਲੈਣਾ। ਕਦੇ ਚਿੜੀਆਂ ਦੇ ਗੀਤ ਸੁਣਦੇ ਵੇਖੇ ਕਾਂ ਤੁਸੀਂ? ਦੱਸਿਓ ਜ਼ਰੂਰ। ਕਿਤੇ ਕਬੂਤਰ ਬੋਲਦੇ ਹੋਣ ਤੇ ਕਾਂ ਕੋਲ ਬਹਿ ਕੇ ਸਰੋਤੇ ਬਣੇ ਹੋਣ ਵੀ ਲੈ ਆਨੰਦ ਆ ਗਿਆ, ਉਹਨਾਂ ਨੇ ਆਪਣੀ ਕਾਂ 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 ਬੰਦੀ ਨਹੀਂ ਕਰਨੀ, ਸੁਣਦੇ ਹੀ ਨਹੀਂ ਕਿਸੇ ਦੀ। ਉਹ ਕਹਿੰਦੇ ਅਸੀਂ ਰਾਜੇ ਆ, ਭੁਲੇਖਾ ਇੱਕ ਮਨ ਵਿੱਚ, ਬਾਹਰੋਂ ਵੀ ਕਾਲੇ ਅੰਦਰੋਂ ਵੀ ਕਾਲੇ। ਪਿਤਾ ਜੀ ਤੁਹਾਡੀ ਤੇ ਸਾਡੀ ਬਿਰਤੀ ਇਸੇ ਕਰਕੇ ਮਿਲਦੀ ਨਹੀਂ। ਬੰਧਨ ਪਰੇ ਜਗਤ ਕੇ ਭਾਰੇ, ਛੂਟਨ ਏਕ ਉਪਾਏ ਵਿਚਾਰੇ। ਆ ਜੱਗ ਦੇ ਬੰਧਨਾਂ 'ਚ ਤੁਸੀਂ ਫਸੇ ਹੋਏ ਹੋ ਰਾਜੇ ਬਣ ਕੇ ਵੀ, ਕੀ ਤੁਹਾਡੇ ਪੱਲੇ ਹੈ? ਛੁੱਟਣ ਦਾ ਇੱਕੋ ਇੱਕ ਕਿਨਾਰਾ ਹੈ, ਰੱਬ ਦੀ ਬੰਦਗੀ, ਨਿਰੰਕਾਰ ਦਾ ਚੇਤਾ। ਪਰ ਉਹ ਕਿੱਥੇ ਸੁਣਦੇ ਸੀ ਨਿਰੰਕਾਰ ਬਾਰੇ। ਕਹਿੰਦੇ ਮੈਂ ਆਪਣੀ ਪਹਿਲੀ ਤੇ ਆਖਰੀ ਕੋਸ਼ਿਸ਼ ਕੀਤੀ ਵੀ ਸਮਝਾਦੇ ਆ। ਹੁਣ ਤੁਸੀਂ ਇੱਕ ਗੱਲ ਦੱਸੋ, ਆਪਾਂ ਰੌਲਾ ਪਾਇਆ ਖੂਨ ਦੇ ਰਿਸ਼ਤੇ, ਖੂਨ ਦੇ ਰਿਸ਼ਤੇ। ਭਗਤ ਪ੍ਰਹਿਲਾਦ ਜੀ ਤੇ ਹਰਨਾਕਸ਼ ਦਾ ਰਿਸ਼ਤਾ ਕਾਹਦਾ ਸੀ? ਖੂਨ ਦਾ। ਇੱਕ ਪਿਤਾ ਹੈ, ਇੱਕ ਪੁੱਤ ਹੈ। ਸੋਚ ਕਿਹੋ ਜਿਹੀ ਹੈ, ਵਿਚਾਰ ਕਿਹੋ ਜਿਹੇ ਨੇ, ਹਾਲਾਤ ਕਿਹੋ ਜਿਹੇ ਨੇ। ਖੂਨ ਦਾ ਰਿਸ਼ਤਾ ਕੀ ਕਰੂਗਾ? ਉਹ ਖੂਨ ਤੇ ਚਿੱਟਾ ਅੱਜ ਵੀ ਹੁੰਦਾ, ਪਹਿਲਾਂ ਵੀ ਹੁੰਦਾ ਸੀ। ਕੌਰਵ ਤੇ ਪਾਂਡਵ ਕੌਣ ਸੀ? ਭਰਾ ਹੀ ਸੀ ਆਪਸ 'ਚ। ਕਿੱਡੇ ਕਿੱਡੇ ਯੁੱਧ ਹੋ ਗਏ। ਵਿਭੀਸ਼ਣ ਕੌਣ ਸੀ? ਰਾਵਣ ਕੌਣ ਸੀ? ਭਰਾ ਹੀ ਸੀ। ਕਿੱਥੇ ਚਲੇ ਗਏ? ਆ ਤੇ ਅਸੀਂ ਵਹਿਮਾਂ ਭਰਮਾਂ 'ਚ ਪੈ ਗਏ। ਜੇ ਖੂਨ ਦੇ ਰਿਸ਼ਤਿਆਂ ਦੀ ਗੱਲ ਕਰੀਏ, ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸਾਡਾ ਕਿਹੜਾ ਖੂਨ ਦਾ ਰਿਸ਼ਤਾ ਹੈ? ਪ੍ਰੇਮ ਦਾ ਰਿਸ਼ਤਾ ਹੈ। ਤੇ ਸਿੱਖਾਂ ਨੇ ਆਪਣਾ ਜੀਵਨ ਵਾਰਿਆ, ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ, ਗੁਰੂ ਲਈ ਦਿੱਤੀਆਂ। ਜੇ ਖੂਨ ਦੇ ਰਿਸ਼ਤੇ ਦੀ ਗੱਲ ਕਰੀਏ, ਬਾਬਾ ਪ੍ਰਿਥੀ ਚੰਦ ਕੌਣ ਸਨ? ਗੁਰੂ ਰਾਮਦਾਸ ਜੀ ਦੇ ਪੁੱਤਰ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਭਰਾ। ਕੀ ਕੀਤਾ ਉਹਨਾਂ ਨੇ? ਰਾਮ ਰਾਏ ਕੌਣ ਸਨ? ਕੀ ਕੀਤਾ ਉਹਨਾਂ ਨੇ? ਰਿਸ਼ਤੇ ਖੂਨ ਦੇ ਆ। ਔਰੰਗਜ਼ੇਬ ਨੇ ਆਪਣੀ ਔਲਾਦ ਨਾਲ ਕੀ ਕੀਤਾ? ਇਹ ਸਿਰਫ ਸਾਡੇ ਭਾਰਤ ਵਿੱਚ ਹੀ ਇਹੋ ਜਿਹੀਆਂ ਗੱਲਾਂ ਨੇ, ਖੂਨ ਖਾਨ ਦੇ ਰਿਸ਼ਤੇ। ਦੁਨੀਆ ਦੇ ਕਿੰਨੇ ਦੇਸ਼ ਨੇ? 200 ਤੋਂ ਵੱਧ। ਕਿਸੇ ਦੇਸ਼ ਵਿੱਚ
ਬਲੱਡ ਰਿਲੇਸ਼ਨ ਦੀ ਐਡੀ ਵੱਡੀ ਗੱਲ ਨੂੰ ਅਹਿਮੀਅਤ ਨਹੀਂ ਦਿੱਤੀ ਜਾਂਦੀ। ਉਹ ਕਹਿੰਦੇ ਇੱਥੇ ਤੇ ਪਿਆਰ ਤੇ ਵਿਚਾਰ ਦੇ ਰਿਸ਼ਤੇ ਆ, ਜਿਹਨੂੰ ਮਰਜ਼ੀ ਆਪਣਾ ਬਣਾ ਲਓ ਤੇ ਆਪਣੇ ਨੂੰ ਗੈਰ ਬਣਾ ਲਓ। ਗੱਲ ਕਿੱਥੇ ਜਾ ਰਹੀ ਹੈ? ਭਗਤ ਪ੍ਰਹਿਲਾਦ ਆਪਣੇ ਪਿਤਾ ਨੂੰ ਪਿਤਾ ਨਹੀਂ ਮੰਨਦਾ। ਕਿਉਂ? ਬਿਰਤੀ ਮਾੜੀ ਹੈ। ਉਹ ਪਿਤਾ ਕਿਹਨੂੰ ਮੰਨਦਾ ਹੈ? ਇੱਕ ਵਾਹਿਗੁਰੂ ਪ੍ਰਮਾਤਮਾ ਨੂੰ ਆਖੋ ਸਤਿਨਾਮ। ਉਹਦੇ ਨਾਲ ਖੂਨ ਦਾ ਰਿਸ਼ਤਾ ਨਹੀਂ, ਪਰ ਉਹਦੇ ਲਈ ਤਨ ਤੇ ਤਸੀਹੇ ਚੱਲਦਾ ਹੈ, ਕਿਉਂਕਿ ਉਸ ਪਿਤਾ ਨੇ, ਪਰਮ ਪਿਤਾ ਨੇ ਪਿਆਰ ਦਿੱਤਾ ਹੈ, ਜੋ ਇੱਕ ਪਿਤਾ ਹਿਰਣਕਸ਼ਪ ਪੁੱਤਰ ਨੂੰ ਦੇ ਨਹੀਂ ਸਕਿਆ। ਸੁਣ ਧਾਰ ਹੈ ਸਤਿਗੁਰ ਉਪਦੇਸ਼ਾ, ਬਹੁ ਨ ਰਹੈ ਦੁਖ ਕੋ ਲੇਸ਼ਾ। ਭਾਈ ਬਾਲਾ ਜੀ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ ਇਹ ਕਥਾ ਸੁਣਾਉਂਦੇ, ਕਹਿੰਦੇ ਸਤਿਗੁਰਾਂ ਦੇ ਨੇਤਰਾਂ 'ਚ ਹੰਝੂ ਆ ਗਏ ਸੁਣ ਕੇ। ਵਾਹ ਰੱਬ ਦੇ ਪਿਆਰੇ, ਰੱਬ ਦੀ ਪ੍ਰੀਤ ਲਈ ਇੰਨਾ ਕੁਝ ਚੱਲਿਆ। ਇੱਥੇ ਤੇ ਸਾਡੇ ਵਰਗੇ ਨੂੰ ਕੋਈ ਘਰੋਂ 4 ਦਿਨ ਮਿਹਣੇ ਮਾਰਦੇ, ਲੈ ਮੀਂਹ 'ਚ ਵੀ ਨਹੀਂ ਟਿਕਦਾ, ਛੱਡੇ ਦੇਈਦਾ ਉਹਨਾਂ। ਪੋਤਾ ਨਹੀਂ ਮੰਨਦਾ ਜੀ, ਪੁੱਤ ਨਹੀਂ ਮੰਨਦਾ ਜੀ, ਮੁੰਡਾ ਇੱਦਾਂ ਕਹਿੰਦਾ ਏ, ਫਲਾਣਾ ਇੱਦਾਂ ਕਹਿੰਦਾ ਏ, ਇੰਨਾ ਡਰ ਹੈ। ਅਜੇ ਕਰੋਨਾ ਦੱਖਣੀ ਅਫਰੀਕਾ 'ਚ ਹੁੰਦਾ ਤੇ ਸਾਡੇ ਵਾਲੇ ਇੱਥੇ ਪਹਿਲਾਂ ਹੀ ਮੌਨ ਵਰਤ ਰੱਖ ਲੈਂਦੇ, ਇੰਨਾ ਡਰ ਜਾਂਦੇ ਆ ਵੀ ਹੁਣ ਗੁਰਦੁਆਰੇ ਨਹੀਂ ਜਾਣਾ, ਫਲਾਣੀ ਥਾਂ ਨਹੀਂ ਜਾਣਾ, ਪਰ ਭੋਗਾਂ ਤੇ ਜਾ ਸਕਦੇ ਆ, ਵਿਆਹਾਂ ਤੇ ਨੱਚ ਸਕਦੇ, ਜਾਗੋ ਤੇ ਜਾ ਸਕਦੇ ਆ। ਕਰੋਨਾ ਫਰੀ ਜ਼ੋਨ। ਤੇ ਜਦ ਕਿਤੇ ਗੁਰੂ ਘਰ ਦੀ ਗੱਲ ਹੋਵੇ ਨਾ, ਕਹਿੰਦੇ ਨਾ ਭੈਣੇ ਨਾ ਵੀਰਾ, ਉੱਥੇ ਕੀ ਐ, ਐਵੇਂ ਕੁਛ ਹੋ ਜਾਊਗਾ। ਉਹ ਤਾਂ ਵੱਡੀਆਂ ਵੱਡੀਆਂ ਟਾਰਾਂ ਮਾਰਦੇ ਵੀ, ਲੈ ਸਤ ਸੰਗ ਬਚਾ ਲੈਂਦੀ ਐ, ਗੁਰੂ ਘਰ ਜਾਈਏ ਜੀ ਕੁਛ ਨਹੀਂ ਹੁੰਦਾ। ਪਹਿਲੇ ਡਰੇ ਹੁੰਦੇ ਆ। ਇਹਦਾ ਮਤਲਬ ਗੱਲਾਂ ਹੀ ਨਹੀਂ ਨਾ ਫਿਰ ਸਾਡੇ ਕੋਲ, ਅੰਦਰ ਨਹੀਂ ਨਾ ਹੈ ਕੋਈ ਚੜ੍ਹਦੀ ਕਲਾ 'ਚ। ਜੇ ਗੁਰੂ ਦੀ ਕਿਰਪਾ ਹੋਵੇ ਨਾ, ਤੁਹਾਡੇ ਤੇ ਭਰੋਸਾ ਹੋਵੇ। ਭਗਤ ਪ੍ਰਹਿਲਾਦ ਨੂੰ ਕਿੱਡਾ ਵੱਡਾ ਭਰੋਸਾ ਆਪਣੇ ਸਤਿਗੁਰੂ ਤੇ, ਆਪਣੇ ਪਿਆਰੇ ਤੇ। ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਏਡਾ ਵੱਡਾ ਤੇ ਦ੍ਰਿੜ ਹੋਵੇ ਨਾ, ਉਹ ਕਿਸੇ ਦੀ ਕੀ ਔਕਾਤ ਆ ਕੋਈ ਸਿੱਖ ਨੂੰ ਦਾਬਾ ਵੀ ਮਾਰ ਜੇ, ਕੋਈ ਮਾੜਾ ਕਹਿ ਵੀ ਜਾਵੇ, ਕੋਈ ਨਹੀਂ ਬੋਲ ਸਕਦਾ। ਉਹ ਜਿਹਦਾ ਸਾਹਿਬ ਡਾਢਾ ਹੋਵੇ ਉਹਨੂੰ ਡਰ ਕਿਹਦਾ ਏ, ਗਮ ਕਿਹਦਾ ਏ? ਭਗਤ ਪ੍ਰਹਿਲਾਦ ਕਹਿੰਦੇ ਅੱਜ ਇਹ ਸਾਰੀ ਸਭਾ ਮੇਰੀ ਆਪਣੀ ਸੀ, ਮੇਰੇ ਖਿਲਾਫ ਹੋ ਗਈ। ਮੈਨੂੰ ਖਿਲਾਫਤ ਦਾ ਫਰਕ ਨਹੀਂ ਪਿਆ, ਕਿਉਂਕਿ ਇੱਕ ਸੱਜਣ ਪਿਆਰਾ ਪਰਮਾਤਮਾ ਮੇਰੇ ਨਾਲ ਖੜਿਆ ਸੀ। ਧਨ ਅਰਥੀ ਜੇ ਗੁਰ ਜਗ ਮਾਹੀ, ਆਤਮ ਗਿਆਨ ਜਿਦੇ ਮੈਂ ਨਾਹੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਉਹ ਧਨ ਲੋਕ ਨੇ ਜਿਨ੍ਹਾਂ ਨੇ ਧਨ ਦੌਲਤ ਪਦਾਰਥ ਨੂੰ ਪਿੱਠ ਦੇ ਕੇ ਰੱਬ ਦੇ ਨਾਮ ਨੂੰ ਚੁਣਿਆ। ਆਖੋ ਸਤਿਨਾਮ। ਪਦਾਰਥਾਂ ਪਿੱਛੇ ਤੇ ਦੁਨੀਆ ਭੱਜੀ ਫਿਰਦੀ ਹੈ, ਵਿਰਲੇ ਉਹ ਨੇ ਨਾ ਜੀ ਜਿਹੜੇ ਭਗਤੀ ਪਿੱਛੇ ਭੱਜਦੇ ਆ, ਬੰਦਗੀ ਪਿੱਛੇ ਦੌੜਦੇ ਆ, ਸਿਮਰਨ ਪਿੱਛੇ ਦੌੜਦੇ ਆ। ਭਗਤ ਪ੍ਰਹਿਲਾਦ ਆਪਣੇ ਆਨੰਦ ਵਿੱਚ ਬੈਠੇ ਉਹ ਕਥਾ ਸੁਣਾ ਰਹੇ ਆ, ਸਾਹਿਬ ਜੀਓ ਮੈਂ ਡੋਲਿਆ ਨਹੀਂ, ਮੈਨੂੰ ਉਸ ਵਾਹਿਗੁਰੂ ਨੇ ਕਦੇ ਡੋਲਣ ਦਿੱਤਾ ਨਾ। ਤਿੰਨ ਤੇ ਪੰਥ ਨ ਸੂਝੇ ਕੈਸੇ, ਅੰਧਾ ਆਗੋ ਅੰਧਨ ਜੈਸੇ। ਕਹਿੰਦੇ ਮੇਰੇ ਪਿਤਾ ਦੀ ਹਾਲਤ ਸੀ ਅੰਨੇ ਆਗੂ ਵਾਲੀ, ਅੰਧਾ ਆਗੂ ਜੇ ਥੀ ਹੈ ਸਭ ਦੇਸ਼ ਭਰਾ। ਇੱਕ ਆਗੂ ਅੰਨਾ ਹੋਵੇ ਨਾ, ਸਾਰੇ ਦੇਸ਼ ਨੂੰ ਲੈ ਡੁੱਬਦਾ ਹੈ। ਮੁੱਖ ਮੰਤਰੀ, ਪ੍ਰਧਾਨ ਮੰਤਰੀ ਅੰਨਾ ਹੋਵੇ ਨਾ, ਸਾਰੇ ਦੇਸ਼ ਦੀ ਬਦਨਾਮੀ ਕਰਾ ਦਿੰਦਾ ਹੈ। ਇੱਕ ਡਰਾਈਵਰ ਮਾੜਾ ਹੋਵੇ, ਗੱਡੀ ਪਲਟਾ ਦਿੰਦਾ ਏ। ਮਲਾਹ ਮਾੜਾ ਹੋਵੇ, ਮੰਝ ਧਾਰ ਚ ਲਿਜਾ ਕੇ ਕਿਸ਼ਤੀ ਨੂੰ ਡੋਬ ਦਿੰਦਾ ਏ। ਤੇ ਪਰਿਵਾਰ ਦਾ ਮੁਖੀਆ ਮਾੜਾ ਹੋਵੇ, ਟੱਬਰ ਉਲਟਾ ਕਰ ਦਿੰਦਾ। ਸਤਿਨਾਮ। ਕਹਿੰਦੇ ਪਿਤਾ ਮੇਰੇ ਨੇ ਇੰਨਾ ਕੁਝ ਮੇਰੇ ਨਾਲ ਕੀਤਾ, ਪਰ ਮੈਂ ਕਦੇ ਨਹੀਂ ਕਿਹਾ ਵੀ ਮੇਰੇ ਪਿਤਾ ਨੇ ਮੇਰੇ ਤੇ ਕਹਿਰ ਢਾਇਆ, ਰਾਖਸ਼ਾਂ ਨੇ ਮੇਰਾ ਬੁਰਾ ਕੀਤਾ। ਉਸ ਵੇਲੇ ਮੇਰੇ ਪਿਤਾ ਦਾ ਫਰਮਾਨ ਹੋਇਆ ਮੇਰੀਆਂ ਗੱਲਾਂ ਸੁਣ ਕੇ, ਕਹਿੰਦਾ ਇਹਨੂੰ ਮੌਤ ਦੇ ਘਾਟ ਉਤਾਰ ਦਿਓ, ਮੇਰਾ ਲੱਗਦਾ ਹੀ ਕੁਛ ਨਹੀਂ। ਆਖੋ ਸਤਿਨਾਮ। ਪਿਤਾ ਦੀ ਬੋਲੀ ਸੀ। ਕਹਿੰਦੇ ਸ਼ਾਇਦ ਪਿਤਾ ਨੂੰ ਲੱਗਦਾ ਸੀ ਮੌਤ ਸ਼ਬਦ ਸੁਣ ਕੇ ਇਹ 5 ਸਾਲ ਦਾ ਬੱਚਾ ਡਰ ਜਾਏਗਾ, ਪੈਰ ਫੜੇਗਾ, ਮਾਫੀ ਮੰਗੇਗਾ। ਕਹਿੰਦੇ ਉਸ ਵੇਲੇ ਮੈਨੂੰ ਰਾਖਸ਼ਾਂ ਨੇ ਬਾਹਾਂ ਤੋਂ ਫੜਿਆ, ਘੜੀਸਿਆ ਪਿਤਾ ਦੇ ਸਾਹਮਣੇ। ਮੈਂ ਹੱਸਦਾ ਨਿਕਲਿਆ। ਸੋਚੋ ਕਿਹੋ ਜਿਹੇ ਹਾਲਾਤ ਹੋਣਗੇ। ਪਿਓ ਦੁਨੀਆ ਦਾ ਰਾਜਾ ਹੋਵੇ, ਉਹ ਪੁੱਤ ਨੂੰ ਰਾਖਸ਼ ਘੜੀਸ ਕੇ ਲੈ ਕੇ ਜਾਂਦੇ ਹੁਣ। ਵਾਹ, ਆਹ ਨੇ ਰਿਸ਼ਤੇ ਜਗਦੇ। ਪਰ ਭਗਤ ਪ੍ਰਹਿਲਾਦ ਰੱਬ ਦੇ ਰੰਗਾਂ ਵਿੱਚ ਹੱਸਦੇ ਆ। ਜੋ ਕੁਝ ਹੋਏਗਾ ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ, ਕਿਉਂਕਿ ਇੰਨੇ ਡੀਪ ਤਰੀਕੇ ਨਾਲ ਭਗਤ ਪ੍ਰਹਿਲਾਦ ਜੀ ਨੇ ਆਪਣੀ ਕਥਾ ਆਪ ਸੁਣਾਈ ਹੈ। ਗੁਰੂ ਨਾਨਕ ਪਾਤਸ਼ਾਹ, ਭਾਈ ਬਾਲਾ ਜੀ, ਭਾਈ ਮਰਦਾਨਾ ਜੀ ਨੇਤਰ ਬੰਦ ਕਰਕੇ ਬੈਠੇ ਆ, ਸਮੇਂ ਦਾ ਪਤਾ ਹੀ ਨਹੀਂ ਕਿੱਥੇ ਹੈ।
क्योंकि सुनाउण वाले इन्ने मगन होए उन्हां आत्म कथा सुनाई। आत्म कथा ये बड़े प्यार वाली कथा है, इस बहुत कुछ सीखण नूं मिलदा है भी एक रब प्यारा सज्जण ही जिंदगी का आसरा है, सभे ढेरियां झूठियां ने। गुरु कृपा करे आनंद माणांगे। वाहिगुरु वाहिगुरु।